ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਜੋ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਨ। ਲੜੀ ਤਹਿਤ ਕੱਲ ਆਪਾਂ ਭਾਈ ਬਹੋੜਾ ਜੀ ਦਾ ਇਤਿਹਾਸ ਸਰਵਣ ਕੀਤਾ ਤੇ ਉਪਰੰਤ ਬਠਿੰਡੇ ਦਾ ਰਹਿਣ ਵਾਲਾ ਵਪਾਰੀ ਬ੍ਰਾਹਮਣ ਗੰਗਾ ਰਾਮ ਗੁਰੂ ਘਰ ਦਾ ਕਿਵੇਂ ਸ਼ਰਧਾਲੂ ਬਣਿਆ ਉਹ ਇਤਿਹਾਸ ਸਰਵਣ ਕੀਤਾ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਸੰਗਤ ਨੂੰ ਕਿਹਾ, ਭਾਈ ਹੁਣ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਹਰੀ ਦਾ ਮੰਦਰ, ਪਰਮੇਸ਼ਰ ਦਾ ਮੰਦਰ ਉਸਾਰਨਾ ਹੈ। ਤੋ ਸਾਰੀ ਮਰਿਆਦਾ ਸਤਿਗੁਰੂ ਨੇ ਦੱਸੀ ਹੈ, ਕਿਵੇਂ ਨੀਂਹ ਰੱਖਣੀ ਹੈ, ਕਿਵੇਂ ਦਰਵਾਜ਼ੇ ਰੱਖਣੇ ਹੈ, ਕਿੱਧਰ ਪੁਲ ਬਣਾਉਣਾ ਹੈ, ਕਿੱਧਰ ਹਰ ਕੀ ਪੌੜੀ ਹੈ, ਕਿਸ ਤਰ੍ਹਾਂ ਆਲੇ ਦੁਆਲੇ 2 ਛੱਤਾਂ, ਵਿਚਾਲਿਓਂ ਉੱਪਰ 1। ਫਿਰ ਮਹਾਰਾਜ ਨੇ ਕਿਹਾ, ਭਾਈ ਤਿਸ ਪਰ ਰੁਚਲ ਬੰਗਲਾ ਥਪੈ, ਉਹਦੇ ਉੱਪਰ ਜਿਹੜਾ ਗੁੰਮ ਹੈ ਉਹ ਬਣਾਉਣਾ ਹੈ। ਤੋ ਇਹ ਸਾਰਾ ਕੰਚਨ ਤੇ ਚੌਹਦਿਸ ਮਹਿ ਦਿਪ ਹੈ। ਇਮ ਬਤਾਏ ਸ੍ਰੀ ਮੁਖ ਬਿਦ ਸਾਰੀ, ਪੁਨ ਸ੍ਰੀ ਬ੍ਰਿਧ ਸੰਗ ਗਿਰਾ ਉਚਾਰੀ। ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ। ਆਓ ਇਸ ਤੋਂ ਅੱਗੇ ਇਤਿਹਾਸ ਪ੍ਰੇਮ ਤੇ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਿਮਰਹੁ ਸਭ ਸਤਿਗੁਰ ਸੁਖ ਰਾਸ। ਇਹ ਬਾਬਾ ਬੁੱਢਾ ਸਾਰੇ ਜੋ ਸਤਿਗੁਰੂ ਸੁੱਖਾਂ ਦੀ ਰਾਸ, ਗੁਰੂ ਨਾਨਕ ਦੇ ਪਾਤਸ਼ਾਹ ਸਤਿਗੁਰੂ, ਗੁਰੂ ਅੰਗਦ ਦੇ ਮਹਾਰਾਜ, ਜੁਗਾਦ ਸਤਿਗੁਰੂ, ਗੁਰੂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ, ਸਭ ਸਤਿਗੁਰਾਂ ਨੂੰ ਸਿਮਰੋ, ਅਰਦਾਸ ਕਰੋ। ਜੋ ਸੁੱਖਾਂ ਦੀ ਰਾਸ ਸਤਿਗੁਰੂ ਹਨ, ਖੜੇ ਹੋਏ ਕੀਚੈ ਅਰਦਾਸ। ਖੜੇ ਹੋ ਕਰਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੋ। ਆਵ ਚਲ ਨੀਵ ਧਰੀ ਗੁਰ ਨਾਨਕ। ਆਵ ਚਲ ਨੀਵ ਧਰੀ ਗੁਰੂ ਨਾਨਕ ਕੇ ਸ਼ਬਦ ਉਚਾਰਨ, ਇਹ ਜਿਹੜੀ ਨਿਉ ਹੈ ਇਹ ਅਵਚਲ ਹੈ, ਅਡੋਲ ਹੈ, ਇਹਨੂੰ ਕੋਈ ਡੁਲਾ ਨਹੀਂ ਸਕਦਾ। ਮੰਦਰ ਸੁਬਹਿ ਲੱਗਹਿ ਮਨ ਮਾਣਕ। ਮੰਦਰ ਜਿਹੜਾ ਹੈ ਸੋਭਨੀਕ ਹੋਵੇ, ਮਣੀਆਂ ਤੇ ਮਾਣਕ ਇਸ ਨੂੰ ਲੱਗਣ। ਹੁਕਮ ਸੁਣਿਓ ਬੁੱਢੇ ਬੰਦ ਹਾਥ। ਇਹ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਨੇ ਹੱਥ ਜੋੜੇ ਹਨ। ਸਿਮਰੇ ਇੱਕ ਚਾਰੋ ਗੁਰਨਾਥ। ਇਉਂ ਭਾਈ ਸਿਮਰੇ ਇੱਕ ਚਾਰੋ, ਇੱਕ ਤੇ ਚਾਰ ਭਾਵ ਪੰਜ, ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰ ਕਰਕੇ ਫੇਰ ਭਾਈ ਚਾਰ ਗੁਰੂ ਸਾਹਿਬਾਨ ਤੇ ਗੁਰੂ ਨਾਥ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਿਮਰਿਆ, ਅਰਦਾਸ ਕੀਤੀ। ਸ੍ਰੀ ਸਤਿਗੁਰ ਹਰਿ ਮੰਦਰ ਹੋਏ। ਸੋ ਸ੍ਰੀ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਇਹ ਬੇਨਤੀ ਕੀਤੀ ਕਿ ਜੋ ਹਰੀ ਮੰਦਰ ਹੈ ਇਹ ਇਸ ਤਰ੍ਹਾਂ ਸਥਾਪਿਤ ਹੋਵੇ, ਜਿਸ ਤੇ ਸੁਖ ਪ੍ਰਾਪਤ ਸਭ ਕੋਏ। ਜਿਹਦੇ ਨਾਲ ਸਾਰੇ ਕੋਈ ਸੁਖ ਪ੍ਰਾਪਤ ਕਰਨ। ਸਭ ਜੁਗ ਮਹਿ ਨਿਹਚਲ ਇਸ ਨੀਵ। ਇਹਦੀ ਜਿਹੜੀ ਨਿਉ ਹੈ ਉਹ ਸਾਰੇ ਯੁੱਗਾਂ ਦੇ ਵਿੱਚ ਨਿਸ਼ਚਲ ਹੋਵੇ, ਭਾਵ ਚਲਾਏ ਮਾਨ ਨਾ ਹੋਵੇ, ਚੱਲਣ ਤੋਂ ਰਹਿਤ, ਡੂੰਗੀ ਤੇ ਅਚਲ ਨਿਉ ਹੋਵੇ। ਬੁਰਾ ਜੇ ਚਿਤ ਵਹਿ ਬਿਨਸੀ ਥੀਵ। ਜਿਹੜਾ ਵੀ ਕੋਈ ਬੁਰਾ ਚਿਤਵੇਗਾ ਉਸ ਦਾ ਵਿਨਾਸ਼ ਹੋਵੇਗਾ। ਅੰਗ ਸੰਗ ਸਤਿਗੁਰੂ ਸਹਾਏ। ਗੁਰੂ ਪਾਤਸ਼ਾਹ ਮਹਾਰਾਜ ਅੰਗ ਸੰਗ ਸਹਾਇਕ ਹੋਣ। ਦਰਸ਼ਨ ਤੇ ਅਗ ਓਗ ਨਸਾਏ। ਦਰਸ਼ਨ ਕਰਨ ਦੇ ਨਾਲ ਦੁੱਖ ਤੇ ਪਾਪ ਉਹ ਨਸਣ, ਭਾਵ ਦੂਰ ਹੋਣ। ਮੰਨਹਿ ਪੁਰਹਿ ਮਨੋਰਥ ਸੋਏ। ਜੋ ਮੰਨੇਗਾ ਉਹਦੇ ਭਾਈ ਮਨੋਰਥ ਸਾਰੇ ਪੂਰਨ ਹੋਣਗੇ। ਸੀਸ ਨਿਵਾਏ ਬਿਘਨ ਗਨ ਖੋਏ। ਜੋ ਇਸ ਹਰੀ ਮੰਦਰ ਚਾ ਕੇ ਸਿਰ ਨਿਵਾਵੇਗਾ, ਬਿਘਨ ਗਨ ਖੋਏ, ਭਾਵ ਸਾਰੇ ਬਿਘਨ ਨਾਸ਼ ਹੋ ਜਾਣਗੇ। ਦਿਨ ਪ੍ਰਤ ਦੀਪਹਿ ਦੁਗਨ ਚੌਗੁਣ। ਤੇ ਹਰੀ ਮੰਦਰ ਜੋ ਹੈ ਦਿਨਾਂ ਪ੍ਰਤੀ ਦਿਨ ਦੁੱਗਣਾ ਚੌਗਣਾ 4 ਗੁਣਾ ਪ੍ਰਕਾਸ਼ੇਗਾ। ਜਿਸ ਪ੍ਰਤ ਪਦ ਤੇ ਹੋਏ ਸਸ ਪੁੰਨ। ਜਿਸ ਤਰ੍ਹਾਂ ਭਾਈ ਦੇਖੋ ਜਿਵੇਂ ਹਰ ਰੋਜ਼ ਚੰਦਰਮਾ ਜਿਹੜਾ ਹੈ ਉਹ ਵਾਧਾ ਪੁੰਨਿਆਂ ਨੂੰ ਪੂਰਨ ਹੋ ਜਾਂਦਾ ਹੈ, ਇਸ ਤਰ੍ਹਾਂ ਭਾਵ ਦਿਨ ਪ੍ਰਤੀ ਦਿਨ ਇਹ ਪ੍ਰਕਾਸ਼ ਮਹਿਮਾ ਇਸ ਸਥਾਨ ਦੀ ਉਹ ਮਹਾਰਾਜ ਕਹਿੰਦੇ ਵਧੇਗੀ। ਬੀਚ ਬਿਰਾਜੈ ਗੁਰ ਸਭ ਸਮੈ। ਤੇ ਸਾਰੇ ਸਮਿਆਂ ਵਿੱਚ ਗੁਰੂ ਸਾਹਿਬ ਜੀ ਇਸ ਦੇ ਵਿਚਕਾਰ ਬਿਰਾਜਣਗੇ। ਆਏ ਚਤਰ ਦਿਸ ਕੋ ਨਰ ਨਮੈ। 4 ਦਿਸ਼ਾਵਾਂ ਤੋਂ ਲੋਕ ਆ ਕਰਕੇ ਇਸ ਦਰ ਤੇ ਨਮਸਕਾਰਾਂ ਕਰਨਗੇ। ਇਮ ਅਰਦਾਸ ਕਰੀ ਬ੍ਰਿਧ ਜਬੈ। ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਜੀ ਨੇ ਅਰਦਾਸ ਬੇਨਤੀ ਕੀਤੀ, ਸ੍ਰੀ ਅਰਜਨ ਕਰ ਪੰਕਜ ਤਬੈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਆਪਣੇ ਚਰਨ ਕਮਲਾਂ ਨਾਲ ਗਹੀ ਈਟ ਤਹਿ ਕਰੀ ਟਿਕਾਵਨ, ਇੱਟ ਚੁੱਕੀ ਹੈ ਤੇ ਨਿਉ ਵਿੱਚ ਟਿਕਾਉਣਾ ਕੀਤੀ ਰੱਖੀ ਹੈ। ਮੰਦਰ ਅਬ ਚਲ ਨੀਵ ਰਖਾਵਨ, ਇਸ ਹਰਮੰਦਰ ਦੀ ਜਿਹੜੀ ਨਿਉ ਹੈ ਅਬਚਲ ਨੀਵ ਰੱਖਣ ਵਾਸਤੇ ਤਬ ਕਾਰੀਗਰ ਨਿਕਟ ਸੁਹੇਰ, ਤਦ ਕਾਰੀਗਰ ਜੋ ਹੈ ਨੇੜੇ ਖੜਾ ਵੇਖ ਕੇ ਹੇਤ ਜਨਾਬਨ ਮਤੀ ਬਡੇਰ, ਉਹਨੇ ਆਪਣੀ ਮੱਤ ਵੱਡੀ ਜਣਾਉਣ ਵਾਸਤੇ, ਮੈਂ ਕਾਰੀਗਰ ਹਾਂ, ਮੈਨੂੰ ਪਤਾ ਹੈ ਇੱਟ ਕਿਵੇਂ ਲਾਉਣੀ ਹੈ। ਨਿਜ ਕਰ ਤੇ ਉਠਾਏ ਸੋ ਲੀਨ, ਉਹ ਰੱਖੀ ਹੋਈ ਇੱਟ ਆਪਣੇ ਹੱਥ ਨਾਲ ਚੁੱਕ ਲਈ ਹੈ। ਫੇਰ ਘੇਰ ਕਰ ਧਰ ਤਬ ਦੀਨ, ਤੇ ਫਿਰ ਉਸ ਨੂੰ ਘੁਮਾ ਕੇ ਦੁਆਰੇ ਰੱਖ ਦਿੱਤਾ। ਸ੍ਰੀ ਅਰਜਨ ਅਵਲੋਕਨ ਕਰਿਓ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਨੂੰ ਵੇਖਣਾ ਕੀਤਾ। ਕਹਾ ਕੀਨ ਤਹਿ ਬਾਕੋ ਚਰਿਓ, ਇਹ ਬਚਨ ਕੀਤਾ ਵੀ ਐ ਮਿਸਤਰੀ ਭਾਈਏ ਤੂੰ ਕੀ ਕੀਤਾ। ਹਮ ਗੁਰ ਸਿਮਰ ਸਮੈ ਸ਼ੁਭ ਜਾਨਾ, ਅਸੀਂ ਗੁਰੂ ਮਹਾਰਾਜ ਨੂੰ ਸਿਮਰ ਕੇ ਸ਼ੁਭ ਸਮਾਂ ਜਾਣ ਕੇ ਧਰੀ ਈਟ ਹਿਤ ਅਚਲ ਸਥਾਨਾ, ਇਸ ਅਚਲ ਸਥਾਨ ਦੇ ਵਾਸਤੇ ਵੀ ਇਸ ਸਥਾਨ ਅਚਲ ਰਹੇ, ਇਸ ਕਰਕੇ ਇੱਟ ਧਰੀ ਸੀ। ਤਾਬ ਕ੍ਰਿਤ ਤੇ ਹਮ ਲੀਨ ਨਿਹਾਰੇ, ਆ ਤੇਰੀ ਜਿਹੜੀ ਕਿਰਤ ਤੂੰ ਚੁੱਕ ਕੇ ਘੁਮਾ ਕੇ ਰੱਖ ਦਿੱਤੀ ਏ ਅਸੀਂ ਵੇਖ ਲਿਆ ਹੈ। ਜਥਾ ਮਸੰਦਨ ਕੀਨ ਕੁਢਾਰੇ, ਜਿਵੇਂ ਮਸੰਦਾਂ ਨੇ ਵੀ ਇਹ ਕੁਝ ਕੀਤਾ, ਖੋਟ ਜੀ ਕੀਤੀ, ਬਾਹਰ ਚੂਨਾ ਲਵਾਤਾ, ਅੰਦਰ ਗਾਰਾ ਲਵਾਇਆ। ਆਸ ਕ੍ਰਿਤ ਤੇ ਅਬ ਜਾਨੀ ਜਾਏ, ਵੀ ਜਿਵੇਂ ਮਹਾਰਾਜ ਕਹਿੰਦੇ ਉਹ ਅਸੀਂ ਬਚਨ ਕੀਤਾ ਹੈ ਨਾ, ਉਹਨਾਂ ਨੇ ਖੋਟ ਕੀਤੀ ਹੈ ਵੀ ਸਮੇਂ ਨਾਲ ਇਹ ਦੁਆਰਾ ਬਣਨਗੀਆਂ, ਗੁਰਸਿੱਖ ਫੇਰ ਪੱਕੀਆਂ ਬਣਾਉਣਗੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿਣ ਲੱਗੇ ਆਸਕ੍ਰਿਤ ਤੇ ਅਬ ਜਾਨੀ ਜਾਏ, ਆ ਤੇਰਾ ਵੀ ਤੂੰ ਜੋ ਕੀਤਾ ਇਹਦੇ ਨਾਲ ਹੁਣ ਇਹੀ ਜਾਣਿਆ ਜਾਂਦਾ ਹੈ। ਏਕ ਬੇਰ ਮੰਦਰ ਗਿਰ ਜਾਏ, ਇੱਕ ਬੇਰੀ ਇਹ ਮੰਦਰ ਗਿਰ ਜਾਵੇਗਾ। ਬਹੁਰ ਉਸਾਰੇ ਸਿੱਖ ਹਮਾਰੇ, ਫੇਰ ਮੇਰੇ ਸਿੱਖ ਇਹਨੂੰ ਫੇਰ ਉਸਾਰਨਗੇ। ਚਾਹੋ ਦਿਸ ਕੋ ਧਨ ਲਾਹੇ ਉਦਾਰੇ, ਚਾਰੇ ਪਾਸਿਆਂ ਤੋਂ ਮਹਾਨ ਜਿਹੜਾ ਧਨ ਹੈ ਉਹ ਆਵੇਗਾ। ਸਰ ਜੁਤ ਹਰ ਮੰਦਰ ਪੁਨ ਹੋਏ, ਫੇਰ ਇਸ ਸਰੋਵਰ ਦੇ ਸਮੇਤ ਹਰੀ ਮੰਦਰ ਜੋ ਹੈ ਦੁਆਰਾ ਬਣੇਗਾ। ਆਬ ਚਲ ਨੀਵ ਸਦਾ ਇਸ ਜੋਏ, ਫੇਰ ਇਹਦੀ ਜਿਹੜੀ ਨਿਉ ਹੈ ਉਹ ਵੇਖਣਾ ਕਿ ਸਦਾ ਅਵਚਲ ਰਹੇਗੀ। ਪੁਨ ਪੰਚਾਮ੍ਰਿਤ ਦ੍ਰਿਸ਼ਟ ਲਗਾਇਬ, ਫੇਰ ਭਾਈ ਜਿਹੜਾ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹੈ ਉਸ ਨੂੰ ਮਹਾਰਾਜ ਨੇ ਆਪਣੀ ਦ੍ਰਿਸ਼ਟੀ ਲਾਈ ਹੈ। ਭਾਈ ਗੁਰਦਾਸ ਤਵੈ ਬਰਤਾਇਬ, ਤਦ ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਹੈ। ਦੋਹਰਾ ਸੰਮਤ 1 7 8 10 ਕਤਕ ਪੁੰਨਿਆ ਜਾਨ। ਸੰਮਤ 1 7 ਇਹ ਨਾਨਕ ਸ਼ਾਹੀ ਸੰਮਤ ਹੈ। 8 10 8 ਤੇ 10 18 ਨਾਨਕ ਸ਼ਾਹੀ ਸੰਮਤ 118। ਕਤਕ ਪੁੰਨਿਆ ਜਾਨ, ਕਤਕ ਦੀ ਪੁੰਨਿਆਂ ਦਾ ਉਹ ਦਿਨ ਸੀ ਜਿੱਦਾਂ ਗੁਰਮੁਖੋ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਮਹਾਰਾਜ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਵਾਲੇ ਦਿਨ ਹਰਮੰਦਰ ਕੀ ਸ੍ਰੀ ਗੁਰੂ ਰਾਖੀ ਨੀਵ ਮਹਾਨ। ਇਸ ਹਰੀ ਮੰਦਰ ਦੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਾਈ ਮਹਾਨ। ਕੱਤਕ ਦੀ ਪੁੰਨਿਆ ਵਾਲੇ ਦਿਨ
ਨਿਉ ਰੱਖੀ ਹੈ ਚੌਪਈ। ਜੈ ਜੈ ਨਾਦ ਕਰੈ ਸਿੱਖ ਸਾਰੇ। ਸਾਰੇ ਸਿੱਖ ਉੱਚੀ ਉੱਚੀ ਜੈ ਜੈਕਾਰ ਕਰਦੇ ਹਨ। ਲੱਗੇ ਕਾਰ ਹਰ ਮੰਦਰ ਭਾਰੇ। ਇਸ ਮਹਾਨ ਹਰੀ ਮੰਦਰ ਦੀ ਸੇਵਾ ਵਿੱਚ ਲੱਗ ਗਏ। ਚੂਨੋ ਸੂਖਮ ਪੀਸਨ ਕਰੈ। ਬਰੀਕ ਚੂਨਾ ਪੀਂਦੇ ਹਨ। ਸੰਚ ਸੰਚ ਬਹੁ ਇੱਕ ਥਲ ਥਿਰੈ। ਇਕੱਠਾ ਕਰ ਕਰਕੇ ਫਿਰ ਉਸ ਨੂੰ ਇੱਕ ਜਗ੍ਹਾ ਰੱਖਦੇ ਨੇ। ਬਹੁਤ ਮੋਲ ਕੇ ਡਾਲ ਮਸਾਲੇ। ਤੇ ਬਹੁਤ ਮੁੱਲ ਦੇ ਮਹਿੰਗੇ ਉਹਦੇ ਵਿੱਚ ਮਸਾਲੇ ਪਾਉਂਦੇ ਹਨ। ਕਰਹਿ ਮਿਲਾਵਨ ਮਿਸਲ ਬਿਸਾਲੇ। ਤੇ ਇਸ ਤਰ੍ਹਾਂ ਭਾਈ ਉਹਦੇ ਵਿੱਚ ਬਹੁਤ ਮਿਲਾਉਣਾ ਕਰਦੇ ਮਸਾਲਿਆਂ ਨੂੰ। ਬਹੁਤ ਮਿਲੇ ਕਰ ਕਾਰ ਪਚਾਵਨ। ਤੇ ਬਹੁਤ ਹੀ ਭਾਈ ਮਿਲ ਕਰਕੇ ਆਵਿਆਂ ਦੀ ਕਾਰ ਕਰਦੇ। ਅਦਕ ਈਟ ਕੋ ਖਰਚ ਲਖਾਵਨ। ਇਹ ਜਾਣ ਕੇ ਕੀਟਾਂ ਦਾ ਖਰਚਾ ਬਹੁਤ ਹੈ। ਕੋ ਸਿਰ ਧਰੈ ਉਠਾਏ ਲਿਆਵੈ। ਕੋਈ ਜਿਹੜਾ ਹੈ ਸਿਰ ਤੇ ਚੁੱਕ ਕੇ ਇੱਟਾਂ ਲੈ ਕੇ ਆਉਂਦਾ ਹੈ। ਕਾਰੀਗਰਨ ਨਿਕਟ ਪਹੁੰਚਾਵੈ। ਤੇ ਉਹ ਕਾਰੀਗਰਾਂ ਦੇ ਕੋਲ ਲਿਆ ਕੇ ਪਹੁੰਚਦਿਆਂ ਕਰਦਾ ਹੈ। ਕੋ ਚੂਨੇ ਕੋ ਲਿਆਏ ਉਠਾਈ। ਤੇ ਕੋਈ ਭਾਈ ਚੂਨਾ ਚੁੱਕ ਕੇ ਲਿਆਉਂਦਾ ਹੈ। ਹਰ ਮੰਦਰ ਪਰ ਦੇਤ ਲਗਾਈ। ਉਹ ਹਰੀ ਮੰਦਰ ਪਰ ਲਗਾ ਦਿੰਦਾ ਹੈ। ਸ੍ਰੀ ਸਤਿਗੁਰ ਕੀ ਆਇਸ ਪਾਏ। ਸ੍ਰੀ ਗੁਰੂ ਮਹਾਰਾਜ ਜੀ ਦਾ ਹੁਕਮ ਪਾ ਕਰਕੇ ਨਹਿ ਕਾਸ਼ਟ ਕਿਛ ਥਾਏ ਲਗਾਏ। ਲੱਕੜ ਉਸ ਜਗ੍ਹਾ ਕਿਤੇ ਵੀ ਨਹੀਂ ਲਾਈ ਗਈ। ਚੂਨੇ ਸੰਗ ਈਟ ਕਾਜਰੈ। ਜਿਹੜੀਆਂ ਇੱਟਾਂ ਨੇ ਉਹ ਚੂਨੇ ਦੇ ਨਾਲ ਜੜੀਆਂ ਜਾਂਦੀਆਂ। ਭੀਤ ਸੋ ਠਾਢੀ ਗਾਢੀ ਕਰੈ। ਜਿਹੜੀਆਂ ਕੰਧਾਂ ਹਨ ਉਹ ਪੂਰੀਆਂ ਡੂੰਘੀਆਂ ਖੜੀਆਂ ਕਰਦੇ ਨੇ। ਕਾਲ ਬੂਤ ਸੰਗ ਕਰ ਕਰ ਜੋਰ। ਫਿਰ ਕਾਲ ਬੂਤ ਜਿਵੇਂ ਜਿਹੜਾ ਡਾਟਾਂ ਹੁੰਦੀਆਂ ਉਹ ਪੁਲ ਦੇ ਥੱਲੇ ਡਾਟ ਬਣੀ ਹੈ। ਉਹਦੇ ਵਿੱਚ ਜਿਹੜੀਆਂ ਲੱਕੜਾਂ ਨੂੰ ਜੋੜਨਾ ਕਾਲ ਬੂਤ। ਇਸ ਤਰ੍ਹਾਂ ਉਹਨਾਂ ਨੂੰ ਸੰਗ ਉਹਦੇ ਨਾਲ ਜੋੜ ਜੋੜ ਕੇ ਚਾਰੋ ਦਰ ਮੇਲੇ ਚੌਰ। ਚਾਰੇ ਦਰਵਾਜ਼ੇ ਚਾਰੇ ਪਾਸੇ ਮੇਲ ਦਿੱਤੇ ਹਨ। ਚਿਨ ਚਿਨ ਉੱਪਰ ਕੀਨੋ ਤੰਗ। ਫਿਰ ਉੱਪਰ ਚਣਾਈ ਚਿਣ ਚਿਣ ਕੇ ਉੱਚਾ ਕਰ ਦਿੱਤਾ। ਮੇਲੀ ਛਾਤ ਸੋ ਚੂਨੇ ਸੰਗ। ਉਹ ਚੂਨੇ ਦੇ ਨਾਲ ਫਿਰ ਤਹਾਂ ਜਿਹੜੀ ਛੱਤ ਹੈ ਉਹ ਮੇਲ ਦਿੱਤੀ। ਭਇਓ ਤਿਆਰ ਸ੍ਰੀ ਹਰ ਮੰਦਰ। ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਿਆ। ਜਿਹ ਸਾਮਨਹਿ ਮੰਦਰ ਜਗ ਅੰਦਰ। ਜਿਹਦੇ ਵਰਗਾ ਇਸ ਜਗਤ ਦੇ ਵਿੱਚ ਹੋਰ ਕੋਈ ਮੰਦਰ ਨਹੀਂ। ਇਤ ਤਿਆਰੀ ਸਰ ਮੰਦਰ ਭਈ। ਇਸ ਤਰ੍ਹਾਂ ਭਾਈ ਸਰੋਵਰ ਔਰ ਮੰਦਰ ਦੀ ਤਿਆਰੀ ਹੋ ਗਈ। ਉਤ ਬਰਖਾ ਰੁੱਤ ਜਗ ਪ੍ਰਭ ਤਈ। ਇਉਂ ਤਿਆਰੀ ਹੁੰਦਿਆਂ ਹੁੰਦਿਆਂ ਸਿਆਲ ਲੰਘ ਗਿਆ। ਤੇ ਫਿਰ ਭਾਈ ਜਿਹੜੀ ਬਰਖਾ ਦੀ ਰੁੱਤ ਹੈ ਉਹ ਜਿਹੜੀ ਹੈ ਪ੍ਰਤਈ ਦਾ ਭਾਵ ਹੈ ਫੈਲੀ ਹੈ। ਸ੍ਰੀ ਸਤਿਗੁਰ ਸ਼ੁਭ ਤਾਲ ਬਨਾਵਾ। ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਹਣਾ ਸੁੰਦਰ ਤਲਾਬ ਬਣਾ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਬਣ ਗਿਆ। ਮੇਘਪਤੀ ਭਰਨੇ ਉਮੜਾਵਾ। ਤਾਂ ਹੁਣ ਫਿਰ ਡਿਊਟੀ ਲੱਗ ਗਈ। ਜਿਹੜਾ ਮੇਘਪਤੀ ਹੈ ਬੱਦਲਾਂ ਦਾ ਪਤੀ ਇੰਦਰ ਦੇਵਤਾ, ਉਹਦੀ ਡਿਊਟੀ ਚੱਲ ਹੁਣ ਤੂੰ ਤੇਰਾ ਕੰਮ ਹੈ ਪਾਣੀ ਭਰਨਾ ਇਹਦੇ ਵਿੱਚ। ਤੇ ਉਹ ਭਾਈ ਫਿਰ ਆਪ ਉਮੜ ਕੇ ਆਇਆ ਹੈ। ਮੇਘਪਤੀ ਭਰਨੇ ਉਮੜਾਵਾ। ਉਹ ਸਰੋਵਰ ਨੂੰ ਭਰਨ ਵਾਸਤੇ ਉਮੜਿਆ ਹੈ। ਘਟਾ ਘੂਮ ਕਰ ਨਭ ਮੇ ਆਈ।
ਘਟਾ ਘੁੰਮ ਕੇ ਆਕਾਸ਼ ਵਿੱਚ ਆ ਗਈ। ਕਬਹੁ ਸ਼ਿਆਮ ਸਿਤ ਕਬ ਬਿਦਤਾਈ। ਕਦੇ ਕਾਲੀ ਕਦੇ ਚਿੱਟੀ ਆਕਾਸ਼ ਵਿੱਚ ਜਿਹੜੀ ਹੈ ਬਿਦਤਾਈ ਉਹ ਪ੍ਰਗਟ ਹੁੰਦੀ ਹੈ। ਕਦੇ ਕਾਲੇ ਕਦੇ ਚਿੱਟੇ ਇਸ ਤਰ੍ਹਾਂ ਦੇ ਬੱਦਲ ਬਣਦੇ ਨੇ। ਨਿਰਮਲ ਜਲ ਕੋ ਛੋਰਨ ਕਰੈ। ਬਹੁਤ ਨਿਰਮਲ ਜਲ ਬੱਦਲਾਂ ਨੇ ਬਰਸਾਉਣਾ ਸ਼ੁਰੂ ਕਰ ਦਿੱਤਾ। ਗੁਰ ਕੋ ਰੁੱਖ ਲਖ ਸਰ ਕੋ ਭਰੈ। ਗੁਰੂ ਦੇ ਹੁਕਮ ਨੂੰ ਜਾਣ ਕੇ ਕਿ ਗੁਰੂ ਸਾਹਿਬ ਕੀ ਚਾਹੁੰਦੇ ਐ, ਇਹ ਰੁੱਖ ਜਾਣ ਕੇ ਸਰੋਵਰ ਨੂੰ ਭਾਈ ਭਰਦੇ ਹਨ। ਝੁਕਹਿ ਮੇਘ ਜਨ ਲਾਗੈ ਅਵਨੀ। ਤੇ ਐਂ ਝੁਕ ਝੁਕ ਕੇ ਬਾਰਿਸ਼ ਕਰਦੇ ਆ, ਮਾਨੋ ਧਰਤੀ ਨਾਲ ਲੱਗ ਲੱਗ ਜਾਂਦੇ ਨੇ। ਘੋਖੈ ਮਧੁਰ ਮਧੁਰ ਰੁੱਤ ਰਵਨੀ। ਘੋਖਣਾ ਭਾਵ ਬੱਦਲ ਜਿਹੜੇ ਆ, ਘੋਖੈ ਮਧੁਰ ਮਧੁਰ ਰੁੱਤ ਰਵਨੀ। ਬਹੁਤ ਮਿੱਠੀ ਮਿੱਠੀ ਜੀ ਆਵਾਜ਼ ਵਿੱਚ ਗਰਜਦੇ, ਹੌਲੀ ਹੌਲੀ ਰਵਨੀ ਕਹੀਏ ਬੜੀ ਮਿੱਠੀ ਚਾਲ ਚੱਲਦੇ ਹਨ। ਸੁੰਦਰ ਜਲ ਸੋ ਪੂਰਨ ਭਰਿਓ। ਸੋਹਣੇ ਜਲ ਨਾਲ ਸਰੋਵਰ ਪੂਰਾ ਭਰ ਗਿਆ ਹੈ। ਭਇਓ ਸੰਪੂਰਨ ਗੁਰ ਯਗ ਕਰਿਓ। ਇਸ ਤਰ੍ਹਾਂ ਸਾਰੇ ਕਾਰਜ ਜਦੋਂ ਸੰਪੂਰਨ ਹੋ ਗਏ, ਮਹਾਰਾਜ ਨੇ ਫਿਰ ਵੱਡਾ ਜਗ ਲੰਗਰ ਲਾਇਆ ਹੈ। ਸੰਮਤ 120 ਮਝਾਰ। ਸੰਮਤ 120 120 ਦੇ ਵਿੱਚ, ਇਹਨਾਂ ਸਮੇਂ ਦੇ ਵਿੱਚ ਜਿਹੜਾ ਹੈ ਤਿਆਰ ਹੋ ਗਿਆ। 120 ਭਾਵ 120 ਦੇ ਵਿੱਚ ਨਾਨਕ ਸ਼ਾਹੀ ਸੰਮਤ ਹੈ। ਪ੍ਰਥਮ ਵਿਸਾਖ ਨਹਾਏ ਸੁਖ ਸਾਰ। ਪਹਿਲੀ ਵਿਸਾਖ ਸੀ, ਉਸ ਦਿਨ ਭਾਈ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਇਸ ਤਰ੍ਹਾਂ ਹਰਿਮੰਦਰ ਜਿਹੜਾ ਹੈ ਤਿਆਰ ਹੋਇਆ, ਸਰੋਵਰ ਵਿੱਚ ਇਸ਼ਨਾਨ ਕੀਤੇ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ, ਪੰਜਵੇਂ ਮਹੱਲੇ ਦੇ ਪ੍ਰਸੰਗ ਹਨ। ਸ੍ਰੀ ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਿਰਜਣ ਪ੍ਰਸੰਗ ਵਰਣਨ। ਇਹਦੇ ਵਿੱਚ ਜੋ ਭਾਈ ਹਰਿਮੰਦਰ ਅੰਮ੍ਰਿਤ ਸਰੋਵਰ ਦੇ ਵਿੱਚ ਸਿਰਜਿਆ, ਉਹ ਪ੍ਰਸੰਗ ਸੰਤ ਰੇਣ ਜੀ ਕਹਿੰਦੇ ਭਾਈ ਵਰਣਨ ਕੀਤਾ ਹੈ। ਨਾਮ ਨਵਮੋ ਮੰਦਰ ਹੈ, 9ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਸੁਨਤੇ ਹੋਤੇ ਬੈਕੁੰਠ ਕੋ। ਜੀਵਤ ਕਿਨ ਨਾ ਲਖਾਏ। ਸੰਤ ਰੇਣ ਜੀ ਕਹਿੰਦੇ ਭਾਈ ਸੁਣਦੇ ਹੀ ਹੁੰਦੇ ਸੀ ਕਿ ਇਉਂ ਬੈਕੁੰਠ ਦੇ ਵਿੱਚ ਸੱਚਖੰਡ ਜਿਹੜਾ ਉਹ ਇਸ ਤਰ੍ਹਾਂ ਦਾ ਬੈਕੁੰਠ ਦਾ ਨਕਸ਼ਾ, ਪਰ ਜਿਉਂਦੇ ਜੀ ਕਿਸੇ ਨੇ ਵੇਖਿਆ ਨਹੀਂ ਸੀ, ਜਾਣਿਆ ਨਹੀਂ ਸੀ। ਮਾਤ ਲੋਕ ਹਰ ਮੰਦਰੰ ਸੋ ਗੁਰ ਦਇਓ ਦਿਖਾਏ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹੀ ਬੈਕੁੰਠ ਮਾਤ ਲੋਕ ਦੇ ਵਿੱਚ ਹਰੀ ਮੰਦਰ ਸਰੂਪ ਦੇ ਵਿੱਚ ਸਤਿਗੁਰੂ ਨੇ ਭਾਈ ਸਭ ਨੂੰ ਦਿਖਾ ਦਿੱਤਾ। ਚੌਪਈ ਧੰਨ ਗੁਰੂ ਅਰਜਨ ਸੁਖਦਾਈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁੱਖਾਂ ਦੇ ਦਾਤੇ। ਬੈਠੇ ਹਰ ਮੰਦਰ ਸੁਖ ਪਾਈ। ਹਰ ਮੰਦਰ ਸਾਹਿਬ ਦੇ ਵਿੱਚ ਬੈਠਦੇ ਸੁਖ ਪਾਉਂਦੇ ਹਨ। ਸਿੱਖ ਪਰਿਵਾਰਤ ਲੱਗਿਓ ਦੀਵਾਨ। ਇਉਂ ਭਾਈ ਸਾਰੇ ਸਿੱਖ ਪਰਿਵਾਰਤ ਕਈਏ ਆਲੇ ਦੁਆਲੇ ਬੈਠਦੇ ਦੀਵਾਨ ਲੱਗਿਆ। ਕੋ ਕਬ ਸੋਭਾ ਸਕੈ ਬਖਾਨ। ਇਸ ਕਹਿੰਦੇ ਭਾਈ ਸੋਭਾ ਨੂੰ ਕਿਹੜਾ ਕਵੀ ਕੋਈ ਵਿਖਿਆਨ ਕਰਕੇ ਦੱਸ ਸਕਦਾ ਹੈ। ਚਾਹੋ ਦਿਸ ਦ੍ਰਿਸ਼ਟ ਨੀਰ ਪਰ ਪਰੇ। ਚਾਰੇ ਪਾਸੇ ਹਰਿਮੰਦਰ ਸਾਹਿਬ ਦੇ ਜਲ ਹੀ ਜਲ ਜਿਹੜਾ ਨਜ਼ਰ ਆਉਂਦਾ ਹੈ। ਮੇਘ ਧਾਰ ਮਨ ਮਲ ਤੇ ਭਰੇ। ਕਿਉਂ ਜਿਹੜਾ ਮੇਘ ਹੈ ਇਹ ਭਾਈ ਧਾਰ ਬਨ ਬਨ ਕੇ ਜਿਹੜਾ ਸਰੋਵਰ ਦੇ ਵਿੱਚ ਜਲ ਪਿਆ ਹੈ ਤੇ ਚਾਰੇ ਪਾਸੇ ਜਲ ਹੈ। ਜਗਤ ਮਝਾਰ ਨ ਐਸੋ ਕੋਈ।
ਜਗਤ ਦੇ ਵਿੱਚ ਐਸਾ ਕੋਈ ਨਹੀਂ ਹੈ। ਸਭ ਸੁਖ ਖਸਟ ਰੁਤਨ ਮਹਿ ਹੋਈ। ਇਸ ਢੰਗ ਨਾਲ ਕਿ 6 ਰੁੱਤਾਂ ਦੇ ਵਿੱਚ ਹੀ ਜੋ ਦਰਬਾਰ ਸਾਹਿਬ ਦੀਆਂ ਜਿਹੜੀਆਂ ਖਿੜਕੀਆਂ ਵੀ ਰੱਖੀਆਂ ਨੇ ਉਹ ਇਸ ਤਰ੍ਹਾਂ ਤਿਰਛੇ ਢੰਗ ਨਾਲ ਰੱਖੀਆਂ, ਕਿਸੇ ਪਾਸਿਓਂ ਵੀ ਹਵਾ ਚੱਲੇ ਉਹਨਾਂ ਦੇ ਵਿੱਚ ਗੁਰਮੁਖੋ ਹਵਾ ਆਉਂਦੀ ਹੈ। ਤੇ ਇਸ ਤਰ੍ਹਾਂ 6 ਰੁੱਤਾਂ ਦੇ ਵਿੱਚ ਸੁਖਦਾਈ ਉਹ ਸਭ ਸੁਖ ਖਸਟ ਰੁੱਤਨ ਮਹਿ ਹੋਈ। ਮਹਾਰਾਜ ਨੇ ਤਿਆਰ ਕਰਵਾਇਆ ਜੋ ਭਾਈ ਸਾਰੇ ਸੁੱਖ 6 ਰੁੱਤਾਂ ਵਿੱਚ ਹੀ ਪ੍ਰਾਪਤ ਹੁੰਦੇ। ਚਿਤਰਤ ਚਾਮੀ ਕਾਰ ਤੇ ਚਾਰ। ਫਿਰ ਜਿਹੜੇ ਭਾਈ ਚਿੱਤਰਕਾਰੀ ਹੈ ਉਹ ਸੋਹਣੀ ਸੁੰਦਰ ਜਿਹੜੀ ਚਿੱਤਰਕਾਰੀ ਕਰਦੇ ਆ ਤੇ ਇਸ ਤਰ੍ਹਾਂ ਸੋਹਣੀ ਸੁੰਦਰ ਕਾਰੀਗਰ ਚਾਮੀਕਾਰਾਂ ਤੋਂ ਮਹਾਰਾਜ ਨੇ ਅੰਦਰ ਇਹਦੇ ਚਿੱਤਰਕਾਰੀ ਕਰਾਈ, ਚੰਗਾ ਸੋਹਣਾ ਜਿਹੜਾ ਹੈ ਬਣਾਇਆ ਹੈ। ਚਾਰ ਓਰ ਮਹਿ ਚਮਕ ਨਿਹਾਰ। ਜਿਹੜੇ ਚਾਰੇ ਪਾਸਿਆਂ ਤੋਂ ਸੋਹਣੇ ਸੁੰਦਰ ਚਮਕਦੀ। ਕਲਸ਼ ਦੇ ਪੈ ਵੱਡ ਸੋਭਾ ਸਾਰ। ਫਿਰ ਉੱਤੇ ਕਲਸ਼ ਸ਼ੋਭਦਾ ਹੈ, ਪ੍ਰਕਾਸ਼ ਦਾ ਵੱਡੀ ਸੋਭਾ ਸ੍ਰੇਸ਼ਟ ਹੈ। ਚਾਰ ਪਦਾਰਥ ਕੋ ਦਾਤਾਰ। ਇਹ ਭਾਈ ਸਥਾਨ ਚਾਰੇ ਪਦਾਰਥਾਂ ਦਾ ਦਾਤਾ ਹੈ। ਚਾਰ ਬਰਨ ਜਹ ਬੰਧਨ ਧਾਰ। ਜਿੱਥੇ ਚਾਰੇ ਬਰਨ ਜਿਹੜੇ ਹਨ ਨਮਸਕਾਰ ਕਰਦੇ। ਚਾਰ ਮੋਖ ਠਾਢੇ ਦਰਬਾਰ। ਚਾਰੇ ਮੁਕਤੀਆਂ ਵੀ ਆ ਕੇ ਚਾਰੇ ਦਰਵਾਜ਼ਿਆਂ ਤੇ ਖੜੀਆਂ ਹਨ। ਚਾਰ ਦਿਸ਼ਾ ਮਹਿ ਚਾਰੋ ਦੁਆਰ। ਚਾਰੇ ਦਿਸ਼ਾਵਾਂ ਵਿੱਚ 4 ਦਰਵਾਜ਼ੇ ਹਨ। ਸ਼ਰਵਣਾਦਿਕ ਸਾਧਨ ਜਹ ਚਾਰ। ਜਿਵੇਂ ਸੁਣਨਾ ਮੰਨਣਾ ਨਿਧਾਸਣ ਕਰਨਾ ਪ੍ਰਾਪਤੀ, ਇਸ ਤਰ੍ਹਾਂ ਭਾਈ 4 ਹੀ ਸਾਧਨ ਹਨ। ਸ੍ਰੀ ਅਰਜਨ ਜੀ ਗਿਰਾ ਉਚਰੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਉਚਾਰਦੇ ਹਨ। ਸਰ ਕੋ ਬੀਚ ਮਹਾਤਮ ਧਰੈ। ਤੇ ਇਸ ਤਰ੍ਹਾਂ ਸਰੋਵਰ ਦਾ ਜੋ ਮਹੱਤਵ ਹੈ ਉਹ ਵੀ ਮਹਾਰਾਜ ਦੱਸਦੇ ਨੇ। ਹਰ ਮੰਦਰ ਕੀ ਮਹਿਮਾ ਗਾਵੇ। ਫਿਰ ਹਰੀ ਮੰਦਰ ਦੀ ਸਤਿਗੁਰੂ ਜੀ ਮਹਿਮਾ ਗਾਉਂਦੇ ਹਨ। ਸੁੰਦਰ ਸ਼ਬਦ ਬਿਲੋਕ ਬਨਾਵੇ। ਦੇਖ ਕਰਕੇ ਸੋਹਣੇ ਸੁੰਦਰ ਮਹਾਰਾਜ ਗੁਰਬਾਣੀ ਦੇ ਸ਼ਬਦ ਬਣਾਉਂਦੇ ਉਪਮਾ ਦੇ ਵਿੱਚ। ਸੁਨ ਸੁਨ ਸੰਗਤ ਸ਼ਰਧਾ ਧਰੈ। ਸੰਗਤਾਂ ਸੁਣ ਸੁਣ ਕੇ ਮਨ ਵਿੱਚ ਸ਼ਰਧਾ ਧਾਰਦੀਆਂ ਨੇ। ਸਰ ਮੱਜਹਿ ਅਬ ਬੰਧਨ ਕਰੈ। ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਭਾਈ ਹਰਿਮੰਦਰ ਸਾਹਿਬ ਨਮਸਕਾਰ ਕਰਦੇ। ਸਰ ਕਰ ਬੇਮਹਿ ਘਾਲੀ ਘਾਲ। ਕਿਉਂ ਸਰੋਵਰ ਤਿਆਰ ਕਰਨ ਦੀ ਜਿਹੜੀ ਬਹੁਤ ਘਾਲ ਕਮਾਈ ਕੀਤੀ। ਹਰ ਮੰਦਰ ਕੀ ਸੇਵ ਵਿਸਾਲ। ਤੇ ਫਿਰ ਹਰੀ ਮੰਦਰ ਸਾਹਿਬ ਉਸਾਰਨਾ ਇਹ ਬਹੁਤ ਵੱਡੀ ਜੋ ਸੇਵਾ ਹੈ। ਬਖਸ਼ਿਸ਼ ਬਖਸ਼ਨ ਕਰਨ ਨਿਹਾਲ। ਮਹਾਰਾਜ ਬਖਸ਼ਿਸ਼ਾਂ ਬਖਸ਼ਦੇ ਨੇ, ਨਿਹਾਲ ਕਰਦੇ ਹਨ। ਲੀਏ ਬੁਲਾਏ ਸਿੱਖ ਤਤਕਾਲ। ਜਿਹੜੇ ਜਿਹੜੇ ਸਿੱਖਾਂ ਸੇਵਾਵਾਂ ਕੀਤੀਆਂ ਤੁਰੰਤ ਸਾਰੇ ਕੋਲ ਸੱਦੇ ਹਨ। ਭਗਤੂ ਕਲਿਆਣਾ ਨਿਸ਼ਕਾਮ। ਭਾਈ ਭਗਤੂ ਜੀ, ਭਾਈ ਕਲਿਆਣਾ ਜੀ ਜਿਨ੍ਹਾਂ ਨਿਸ਼ਕਾਮ ਸੇਵਾਵਾਂ ਕੀਤੀਆਂ। 8 ਜਾਮ ਸਿਮਰਤ ਜੇ ਨਾਮ। ਜਿਹੜੇ 8 ਪਹਿਰ ਪਰਮੇਸ਼ਰ ਦਾ ਨਾਮ ਸਿਮਰਦੇ। ਬਰੰ ਬਰੂਹੁ ਸਭ ਹਨ ਸੋ ਕਹਿਉ। ਬਰਹੰ ਬਰੂਹੁ ਕਹਿਣਾ ਭਾਵ ਕਿ ਤੁਹਾਨੂੰ ਸਾਰੀ ਬਰ ਪ੍ਰਾਪਤ ਹੋਣ। ਸਾਰਿਆਂ ਨੂੰ ਸਤਿਗੁਰੂ ਨੇ ਕਿਹਾ ਹੈ। ਲਿਹੋ ਗੁਰ ਘਰ ਤੇ ਜੋ ਉਰ ਚਾਹਿਓ। ਜੋ ਭਾਈ ਹਿਰਦੇ ਵਿੱਚ ਚਾਹੁੰਦੇ ਹੋ ਗੁਰੂ ਮਹਾਰਾਜ ਦੇ ਦਰ ਘਰ ਤੋਂ ਪ੍ਰਾਪਤ ਕਰ ਲਓ। ਸਾਵਧਾਨ ਹੋਏ ਸੇਵ ਕਮਾਈ। ਸਾਰਿਆਂ ਨੇ ਬੜੀ ਸਾਵਧਾਨਤਾ ਸੁਚੇਤ ਹੋ ਕਰਕੇ ਸੇਵਾ ਕਮਾਈ ਹੈ। ਤਿਸ ਕੀ ਆਵ ਲੀਜੈ ਵਡਿਆਈ।
ਹੁਣ ਮਹਾਰਾਜ ਕਹਿੰਦੇ ਉਹ ਕੀਤੀ ਸੇਵਾ ਦੀਆਂ ਭਾਈ ਵਡਿਆਈਆਂ ਪ੍ਰਾਪਤ ਕਰੋ। ਸਭ ਹਨ ਹਾਥ ਜੋੜ ਕਰ ਭਾਖਾ। ਤਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਗੁਰ ਜੀ ਰਹੀ ਨਹੀਂ ਅਬਿਲਾਖਾ। ਹੇ ਸਤਿਗੁਰੂ ਜੀ, ਹੁਣ ਕੋਈ ਇੱਛਾ ਕੋਈ ਚਾਹਨਾ ਸਾਨੂੰ ਰਹੀ ਨਹੀਂ ਹੈ। ਚਰਨ ਤੁਮਾਰੇ ਉਰ ਮਹਿ ਬਾਸੇ, ਕਿਉਂਕਿ ਤੁਹਾਡੇ ਚਰਨ ਹੁਣ ਹਿਰਦੇ ਵਿੱਚ ਬਸ ਗਏ ਹਨ। ਸਤ ਚਿਤ ਆਨੰਦ ਚਿਤ ਪ੍ਰਕਾਸ਼ੇ, ਤੇ ਸਤ ਚਿਤ ਆਨੰਦ ਸਰੂਪ ਉਹ ਸਾਡੇ ਚਿੱਤ ਦੇ ਵਿੱਚ ਪ੍ਰਕਾਸ਼ ਹੋ ਗਿਆ ਹੈ। ਭਾਵ ਮਹਾਰਾਜ ਦਾ ਜੋ ਪਰਬ੍ਰਹਮ ਦਾ ਸਰੂਪ ਹੈ ਸਤ ਚਿਤ ਆਨੰਦ, ਉਹ ਕਹਿੰਦੇ ਜੀ ਸਾਡੇ ਅੰਦਰ ਪ੍ਰਕਾਸ਼ ਗਿਆ ਹੈ। ਭਾਵ ਹੁਣ ਇਹ ਕਿਰਪਾ ਹੋ ਗਈ ਹੈ ਕਿ ਸਤ ਚਿਤ ਆਨੰਦ ਜੋ ਬ੍ਰਹਮ ਦਾ ਸਰੂਪ ਹੈ, ਇਹ ਮਹਾਰਾਜ ਕਹਿੰਦੇ ਕਿਰਪਾ ਹੋ ਗਈ, ਹੁਣ ਅੰਦਰ ਪ੍ਰਕਾਸ਼ ਗਿਆ। ਸਾਰੇ ਸਿੱਖ ਸਤਿਗੁਰੂ ਨੇ ਇਉਂ ਬੇਨਤੀ ਕਰਦੇ ਹਨ, ਇਸ ਤੇ ਉੱਤਮ ਅਪਰ ਨਾ ਕੋਈ। ਤੇ ਮਹਾਰਾਜ ਜੀ ਹੁਣ ਇਹ ਤੋਂ ਉੱਪਰ ਹੋਰ ਤਾਂ ਕੋਈ ਹੈ ਨਹੀਂ ਹੈ ਵੀ ਇਸ ਤੋਂ ਕੋਈ ਉੱਪਰ ਹੋਵੇ। ਇਸ ਕਰਕੇ ਰਾਵਰ ਤੇ ਹਮ ਜਾਚੈ ਜੋਈ, ਜੋ ਮਹਾਰਾਜ ਜੀ ਅਸੀਂ ਤੁਹਾਡੇ ਕੋਲੋਂ ਮੰਗ ਸਕੀਏ ਇਹ ਤੋਂ ਉੱਪਰ ਕੋਈ ਐਸੀ ਗੱਲ ਨਹੀਂ। ਅਤ ਪ੍ਰਸੰਨ ਸੁਨ ਕੈ ਗੁਰ ਭਏ, ਗੁਰੂ ਮਹਾਰਾਜ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਮਹਾਰਾਜ ਨੇ ਬੜੀਆਂ ਕਿਰਪਾ ਕੀਤੀਆਂ ਨੇ। ਸਭ ਹਨ ਕੋ ਉੱਚੈ ਪਦ ਦਏ, ਸਾਰਿਆਂ ਨੂੰ ਮਹਾਰਾਜ ਨੇ ਉੱਚੀਆਂ ਪਦਵੀਆਂ ਬਖਸ਼ਿਸ਼ ਕੀਤੀਆਂ ਹਨ। ਜੀਵਨ ਮੁਕਤ ਅਵਸਥਾ ਕਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਉਂ ਕਿਰਪਾ ਕੀਤੀ, ਉਹਨਾਂ ਨੂੰ ਭਾਈ ਜੀਵਨ ਮੁਕਤੀ ਦੀ ਅਵਸਥਾ ਬਖਸ਼ ਦਿੱਤੀ। ਹਸਤਾ ਮਲ ਵਤ ਰੂਪ ਲਖਈ, ਹਸਤਾ ਮਲ ਕੀ ਜਿਵੇਂ ਹੱਥ ਦੇ ਉੱਤੇ ਔਲਾ ਰੱਖ ਕੇ ਪ੍ਰਤੱਖ ਦੀਂਦਾ ਹੈ, ਇਸੇ ਤਰ੍ਹਾਂ ਭਾਈ ਜਿਹੜਾ ਸਵੈ ਸਰੂਪ ਬ੍ਰਹਮ ਸਰੂਪ ਹੈ ਉਹ ਪ੍ਰਤੱਖ ਦਰਸ਼ਨ ਕਰਾਤੇ। ਹੱਥ ਤੇ ਰੱਖੇ ਔਲੇ ਵਾਂਗ ਬਹਿਲੋ ਸਿੱਖ ਪਰ ਕਿਰਪਾ ਕੀਨੀ। ਫਿਰ ਭਾਈ ਬਹਿਲੋ ਜੀ ਮਹਾਨ ਗੁਰਸਿੱਖ ਉਹਨਾਂ ਤੇ ਕਿਰਪਾ ਕੀਤੀ। ਗੁਪਤ ਜੀਵਨ ਕੀ ਸੰਗਤ ਦੀਨੀ, ਉਹਨਾਂ ਨੂੰ ਵੀ ਗੁਪਤ ਜੀਵਨ ਦੀ ਜਿਹੜੀ ਹੈ ਭਾਵ ਭਾਈ ਬਹਿਲੋ ਜੀ ਨੂੰ ਜਿੰਨੀਆਂ ਗੁਪਤ ਰੂਹਾਂ ਨੇ ਉਹ ਸਾਰੀਆਂ ਭਾਈ ਬਹਿਲੋ ਦੀਆਂ ਸੇਵਕ ਬਣਾਤੀਆਂ ਕਿ ਤੇਰੇ ਹੁਕਮ ਵਿੱਚ ਚੱਲਣਗੇ ਜਿਹੜੀਆਂ ਗੁਪਤ ਰੂਹਾਂ ਹਨ। ਭਾਈ ਜੇਠਾ ਸਿੱਖ ਪਿਰਾਣਾ, ਫਿਰ ਭਾਈ ਜੇਠਾ ਨਾਮ ਦਾ ਸਿੱਖ ਹੈ ਭਾਈ ਪੁਰਾਣਾ ਜੀ ਹਨ। ਪੈੜਾ ਅਪਰ ਲੰਗਾਹਾ ਮਾਣਾ, ਫਿਰ ਭਾਈ ਪੈੜਾ ਜੀ ਹੈ, ਫਿਰ ਭਾਈ ਲੰਗਾਹਾ ਜੀ ਹੈ, ਹੋਰ ਭਾਈ ਮਾਣਾ ਜੀ ਹਨ। ਇਤਿਆਦਿਕ ਸਿੱਖ ਕੋ ਗਨੀਐ, ਇਤਿਆਦਿਕ ਕਵੀ ਜੀ ਕਹਿੰਦੇ ਭਾਈ ਕਿਹੜੇ ਕਿਹੜੇ ਸਿੱਖਾਂ ਦੀ ਗਿਣਤੀ ਕਰੀਏ। ਘਾਲੀ ਘਾਲ ਕਿਤਕ ਕੋ ਭਨੀਐ, ਤੇ ਜਿਨ੍ਹਾਂ ਨੇ ਘਾਲ ਕਮਾਈਆਂ ਕੀਤੀਆਂ ਹਨ ਕਿੰਨਾ ਉਹਨਾਂ ਦੇ ਬਾਰੇ ਭਨੀਐ ਕਿਹਾ ਜਾ ਸਕਦਾ, ਕਿੰਨਾ ਕੋਈ ਬਿਆਨ ਕਰ ਸਕਦਾ ਹੈ। ਅਜਮਤ ਜੁਤ ਸਗਰੇ ਹੋਏ ਗਏ, ਦੇਖੋ ਸੇਵਾ ਦਾ ਫਲ ਕਿ ਇਹ ਸਾਰੇ ਕਰਾਮਾਤਾਂ ਦੇ ਸਹਿਤ ਹੋ ਗਏ। ਇਹਨਾਂ 'ਚ ਵੀ ਕਰਾਮਾਤਾਂ ਆ ਗਈਆਂ ਗੁਰਸਿੱਖਾਂ ਵਿੱਚ। ਬ੍ਰਹਮ ਗਿਆਨ ਔਰ ਮਹਿ ਨਿਪਜਏ, ਤੇ ਹਿਰਦੇ ਦੇ ਵਿੱਚ ਇਹਨਾਂ ਦੇ ਭਾਈ ਬ੍ਰਹਮ ਗਿਆਨ ਪੈਦਾ ਹੋ ਗਿਆ। ਸਿੱਧਾ ਸਕਲ ਅਗਾਰੀ ਖਰੀ, ਜਿੰਨੀਆਂ ਸਿੱਧੀਆਂ ਨੇ ਉਹ ਇਹਨਾਂ ਗੁਰਸਿੱਖਾਂ ਦੇ ਅੱਗੇ ਆ ਕੇ ਹਾਜ਼ਰ ਹੋ ਗਈਆਂ। ਜਿਮ ਚਾਹੇ ਲੈ ਤੂਰਨ ਕਰੀ, ਤੇ ਜਿਵੇਂ ਇਹ ਚਾਹੁੰਦੇ ਨੇ ਹੁਣ ਤੁਰੰਤ ਜਿਹੜੀਆਂ ਸਿੱਧੀਆਂ ਉਵੇਂ ਕਾਰਜ ਕਰਦੀਆਂ ਹਨ। ਚੜਨ ਆਕਾਸ ਉਠਾਵਨ ਸੈਲ, ਚਾਹੇ ਆਕਾਸ਼ ਤੇ ਕੋਈ ਚੜ ਜੇ, ਚਾਹੇ ਭਾਈ ਪਹਾੜ ਨੂੰ ਚੁੱਕ ਲੈ ਸਿੱਧੀਆਂ ਦੁਆਰਾ। ਕੋਸ ਹਜ਼ਾਰਨ ਕੋ ਵੱਡ ਗੈਲ,
ਫਿਰ ਇਹ ਸਿੱਧੀ ਜੀ ਦੇ ਨਾਲ ਹਜ਼ਾਰਾਂ ਕੋ ਰਸਤਾ ਜਿਹੜਾ ਹੈ ਅੱਖ ਪਲਕ ਵਿੱਚ ਤੈਅ ਕਰ ਲੈਣਾ। ਨਿਮਖ ਬਿਖੈ ਪਹੁੰਚੇ ਜਬ ਚਾਹੈ, ਅੱਖ ਦੇ ਝਮਕਦਿਆਂ ਹੀ ਜਦੋਂ ਚਾਹੇ ਜਿੱਥੇ ਚਾਹੁਣ ਉੱਥੇ ਪਹੁੰਚ ਜਾਂਦੇ। ਛਿਤ ਕੰਪਾਵਤ ਸਿੰਧ ਸੁਕਾ ਹੈ, ਫਿਰ ਗੁਰਮੁਖੋ ਐਸੀ ਤਾਕਤ ਦੇ ਮਾਲਕ ਬਣ ਗਏ, ਬਚਨ ਕਰਨ ਧਰਤੀ ਕੰਬਣ ਲਾ ਦੇਣ ਤੇ ਬਚਨ ਕਰ ਦੇਣ ਸਮੁੰਦਰ ਸੁਕਾ ਸਕਦੇ ਹਨ। ਵੱਡੋ ਸਰੀਰ ਬਢਾਵੈ ਹੈ ਐਸੀ, ਇਹ 18 ਤਰ੍ਹਾਂ ਦੀ ਸਿੱਧੀ ਹੁੰਦੀ ਹੈ। ਸਰੀਰ ਨੂੰ ਬਹੁਤ ਵੱਡਾ ਇਸ ਤਰ੍ਹਾਂ ਵਧਾ ਲੈਣਾ। ਬੀਚ ਆਕਾਸ ਨ ਮਾਵੈ ਜੈਸੀ, ਇੰਨਾ ਵੱਡਾ ਸਰੀਰ ਕਰ ਲੈਣਾ ਕਿ ਆਕਾਸ਼ ਦੇ ਵਿੱਚ ਵੀ ਮਾਵੇ ਭਾਵ ਆਵੇ ਨਾ ਜਿਸ ਤਰ੍ਹਾਂ ਦਾ, ਇਤਨਾ ਵਧਾ ਲੈਂਦੇ। ਆਣ ਬਣ ਜਾਣ ਨ ਦੇਹ ਦਿਖਾਈ, ਕਿਤੇ ਅਣੂ ਬਣ ਜਾਂਦੇ, ਬਹੁਤ ਬਰੀਕ ਬਣ ਜਾਣਾ, ਪਰਮਾਣੂ ਤੋਂ ਵੀ ਛੋਟਾ ਅਣੂ ਰੂਪ ਬਣ ਗਏ, ਦਿਖਾਈ ਨਹੀਂ ਦਿੰਦੇ ਹਨ। ਉੱਡਣ ਸ਼ਕਤ ਪਹੁੰਚੇ ਸਭ ਥਾਈ, ਉੱਡਣ ਦੀ ਸ਼ਕਤੀ ਆ ਗਈ, ਜਿੱਥੇ ਜਾਣ ਉੱਥੇ ਹੀ ਉੱਡ ਕੇ ਵੀ ਜਾ ਸਕਦੇ ਆ ਸਭ ਜਗ੍ਹਾ ਤੇ। ਦਿੱਲੀ ਆਦਿਕ ਅਪਰ ਲਾਹੌਰ, ਐਸੀਆਂ ਤਾਕਤਾਂ ਆ ਗਈਆਂ ਗੁਰਸਿੱਖਾਂ ਅੰਦਰ, ਦਿੱਲੀ ਤੇ ਆਦਿਕ ਹੋਰ ਜੋ ਲਾਹੌਰ ਹੈ। ਪਕੜ ਉਠਾਏ ਪਿਰਾਵੈ ਦੌਰ, ਇਹਨਾਂ ਦੋਨਾਂ ਸ਼ਹਿਰਾਂ ਨੂੰ ਚੁੱਕ ਕੇ ਭੱਜ ਕੇ ਆਪਸ ਵਿੱਚ ਪੜਾ ਸਕਦੇ ਹਨ। ਪਲਟ ਸਰੀਰ ਚਹੈ ਚਿਤ ਜੈਸੀ, ਫਿਰ ਇਹ ਸਿੱਧੀ ਆ ਗਈ, ਸਰੀਰ ਨੂੰ ਜਿਹੋ ਜਿਹਾ ਮਰਜੀ ਪਲਟ ਕੇ ਰੂਪ ਬਣਾ ਲੈਣ। ਤਤ ਛਿਨ ਅਪਰ ਲੇਤ ਧਰ ਤੈਸੀ, ਤੇ ਤੁਰੰਤ ਹੀ ਇੱਕਦਮ ਫੇਰ ਉਸੇ ਤਰ੍ਹਾਂ ਦਾ ਸਰੂਪ ਧਰ ਲੈਣ। ਜਿਤੀ ਸਮਰੱਥਾ ਹੈ ਜਗ ਮਾਹੀ, ਜਿੰਨੀ ਵੀ ਜਾਗਤ ਦੇ ਵਿੱਚ ਸਮਰੱਥਾ ਹੈ। ਅਸ ਕੋ ਨਹੀਂ ਜੋ ਤਿਨ ਢਿਗ ਨਾਹੀ, ਐਸੀ ਭਾਈ ਕੋਈ ਜਿਹੜੀ ਸ਼ਕਤੀ ਨਹੀਂ ਹੈ ਜਿਹੜੀ ਇਹਨਾਂ ਗੁਰਸਿੱਖਾਂ ਦੇ ਕੋਲ ਨਹੀਂ ਆਈ। ਤਉ ਗੁਰੂ ਕੋ ਘਰ ਬਹੁ ਨੀਵਾ, ਐਡੀਆਂ ਤਾਕਤਾਂ ਫਿਰ ਵੀ ਜਿਹੜਾ ਗੁਰੂ ਪਾਤਸ਼ਾਹ ਦਾ ਘਰ ਹੈ ਇਹ ਨਿਰਮਾਣਤਾ ਵਿੱਚ ਰਹਿੰਦਾ ਹੈ। ਅਜਰ ਜਰਨ ਸਭ ਹਨ ਮਤ ਥੀਵਾ, ਅਜਰ ਵਸਤੂ ਨੂੰ ਜਰ ਲੈਣਾ ਤੇ ਸਾਰਿਆਂ ਦੀ ਮਤ ਜਿਹੜੀ ਹੈ ਇਸ ਤਰ੍ਹਾਂ ਅਜਰ ਵਸਤੂ ਨੂੰ ਜਰਨ ਵਾਲੀ ਹੋ ਗਈ। ਜੇ ਕਰ ਗੁਰ ਹਿਤ ਕਿਨਹੁ ਦਿਖਾਈ, ਹਾਂ ਜੇ ਕੋਈ ਸ਼ਕਤੀ ਗੁਰੂ ਦੇ ਨਿਮਿਤ, ਗੁਰੂ ਵਾਸਤੇ ਭਾਵ ਗੁਰੂ ਘਰ ਦੀ ਸੋਭਾ ਲਈ, ਆਪਣੇ ਵਾਸਤੇ ਨਹੀਂ, ਗੁਰੂ ਦੇ ਹਿੱਤ ਕਿਸੇ ਨੇ ਭਾਈ ਜੇ ਕੋਈ ਜਿਹੜੀ ਦਿਖਾ ਵੀ ਦਿੱਤੀ, ਕਹਿ ਨਿਜ ਹਿਤ ਕਰ ਸ਼ਕਤ ਲਗਾਈ, ਜਾਂ ਕਿਸੇ ਨੇ ਆਪਣੇ ਹਿੱਤ ਦੇ ਵਾਸਤੇ ਕੋਈ ਜੇ ਕਿਤੇ ਸ਼ਕਤੀ ਕਿਤੋਂ ਲਾ ਦਿੱਤੀ। ਸੋ ਸਤਿਗੁਰ ਕੇ ਔਰ ਨਹਿ ਭਾਈ, ਉਹ ਦੇਖੋ ਮਹਾਰਾਜ ਵਰਜ ਦਿੰਦੇ ਸੀ ਗੁਰੂ ਸਾਹਿਬ ਦੇ ਹਿਰਦੇ ਨੂੰ, ਫਿਰ ਉਹ ਗੁਰਸਿੱਖ ਭਾਉਂਦਾ ਨਹੀਂ ਸੀ। ਨਿਕਟ ਬਿਠਾਏ ਤਿਨਹੁ ਸਮਝਾਈ, ਕੋਲ ਬਿਠਾ ਕੇ ਫਿਰ ਮਹਾਰਾਜ ਉਸ ਗੁਰਸਿੱਖ ਨੂੰ ਸਮਝਾਉਂਦੇ ਹਨ। ਜਿਨਹੁ ਸੁਧਾ ਸਰ ਸੇਵਾ ਕੀਨਸ, ਜਿਨ੍ਹਾਂ ਨੇ ਇਸ ਤਰ੍ਹਾਂ ਭਾਈ ਸੁਧਾ ਸਰ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ। ਇਮ ਸਭ ਕੋ ਗੁਰ ਬਖਸ਼ਿਸ਼ ਦੀਨਸ, ਇਸ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਸਾਰਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਹਨ। ਦੋਹਰਾ ਇਮ ਸ੍ਰੀ ਅੰਮ੍ਰਿਤਸਰ ਕਥਾ, ਭਾਖੀ ਸਕਲ ਬਨਾਏ। ਸੰਤ ਰੇਣ ਜੀ ਕਹਿੰਦੇ ਭਾਈਓ, ਇਸ ਦੀ ਅੰਮ੍ਰਿਤਸਰ ਦੀ ਸਰੋਵਰ ਦੀ, ਹਰਿਮੰਦਰ ਸਾਹਿਬ ਦੀ ਇਹ ਜਿਹੜੀ ਕਥਾ ਹੈ ਉਹ ਸਾਰੀ ਬਣਾ ਕਰਕੇ ਅਸੀਂ ਕਹੀ ਹੈ। ਵਕਤੇ ਸਰੋਤੇ ਦੋਹਨ ਕੇ, ਸਤਿਗੁਰ ਹੋਏ ਸਹਾਏ। ਇਸ ਕਥਾ ਦਾ ਵਕਤਾ ਕੋਈ ਕਥਾ ਨੂੰ ਪੜਨ ਵਾਲਾ, ਸਰੋਤਾ ਕੀ ਇਸ ਕਥਾ ਨੂੰ ਸੁਣਨ ਵਾਲਾ, ਦੋਹਾਂ ਦੇ ਗੁਰੂ ਮਹਾਰਾਜ ਸੰਤ ਰੇਣ ਜੀ ਕਹਿੰਦੇ ਸਹਾਈ ਹੋਣ। ਗੁਰਪੁਰ ਬਾਸੀ ਏਕ ਦਿਨ, ਆਵਤ ਭੇ ਗੁਰ ਪਾਸ। ਹੁਣ ਨਵਾਂ ਪ੍ਰਸੰਗ ਦੱਸਦੇ ਆ ਕਿ ਇੱਕ ਦਿਨ ਗੁਰਪੁਰ ਵਾਸੀ, ਗੁਰੂਪੁਰੀ
ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ। ਪੱਗ ਬੰਧਨ ਕਰ ਬੈਠ ਗਏ, ਬੇਨਤੀ ਕਰੀ ਪ੍ਰਕਾਸ਼। ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਬਹਿ ਗਏ। ਮਹਾਰਾਜ ਨੂੰ ਪ੍ਰਤੱਖ ਸਭ ਨੇ ਬੇਨਤੀ ਕੀਤੀ ਹੈ। ਚੌਪਈ ਹੇ ਸਤਿਗੁਰ ਲਵਪੁਰ ਜੋ ਬਾਸੀ। ਹੁਣ ਸਾਰੇ ਕੋਈ ਵਪਾਰੀ ਦੁਕਾਨਦਾਰ ਰਹਿਣ ਵਾਲੇ ਜਿੰਨੇ ਕਹਿੰਦੇ ਹੇ ਸਤਿਗੁਰੂ ਜੀ, ਜਿਹੜੇ ਲਾਹੌਰ ਦੇ ਲੋਕ ਬਸਣ ਵਾਲੇ ਹਨ, ਹਮ ਲੋਗਨ ਸੋ ਕਰ ਉਪਹਾਸੀ, ਉਹ ਸਾਡੇ ਨਾਲ ਹਾਸੇ ਮਖੌਲ ਕਰਦੇ ਐ, ਕਿਉਂਕਿ ਉਹਨਾਂ ਸਮੇਂ ਵਿੱਚ ਵੱਡਾ ਵਪਾਰ ਕੇਂਦਰ ਲਾਹੌਰ ਸੀ। ਕਹਿੰਦੇ ਕਿੱਥੇ ਤੁਸੀਂ ਦੁਕਾਨਾਂ ਖੋਲ ਕੇ ਬਹਿ ਗਏ ਹੋ, ਇੱਧਰ ਕੌਣ ਆਊ ਜੰਗਲਾਂ 'ਚ। ਆਹ ਦੇਖੋ ਲਾਹੌਰ ਕਿੰਨੀ ਦੁਨੀਆ ਆਉਂਦੀ ਹੈ। ਹਮ ਲੋਗਨ ਸੋ ਕਰ ਉਪਹਾਸੀ, ਸਾਡੇ ਨਾਲ ਮਹਾਰਾਜ ਜੀ ਮਖੌਲ ਕਰਦੇ ਹਨ। ਨਗਰ ਬਸੈ ਕੈਸੇ ਤਿਸ ਥਾਨ, ਕਹਿੰਦੇ ਬਈ ਕਿਹੋ ਜੇ ਨਗਰ ਦੇ ਵਿੱਚ ਤੁਸੀਂ ਜਿਸ ਜਗ੍ਹਾ ਬਸੇ ਹੋ। ਚਾਹੋ ਦਿਸ ਕੋ ਜਲ ਆਏ ਮਹਾਨ, ਇੱਥੇ ਤੇ ਦਰਿਆ ਹੋਰ ਚਾਰੇ ਪਾਸਿਆਂ ਤੋਂ ਪਾਣੀ ਬਹੁਤਾ ਆਉਂਦਾ ਹੈ। ਥਿਰ ਹੈ ਚੁਮਾਸੇ ਮਹਿ ਬਹੁ ਪਾਣੀ, ਇਹਦਾ 4 ਚੁਮਾਸੇ 4 ਮਹੀਨਿਆਂ ਵਿੱਚ ਤਾਂ ਇੱਥੇ ਪਾਣੀ ਬਹੁਤ ਖੜਦਾ ਹੈ। ਕਿਮ ਘਰ ਰਹੇ ਹੋਏਗੇ ਹਾਨੀ, ਤੁਹਾਡੇ ਘਰ ਇੱਥੇ ਕਿਵੇਂ ਰਹਿ ਜਾਣਗੇ, ਤੁਹਾਡਾ ਨੁਕਸਾਨ ਹੋਵੇਗਾ। ਤੁਮ ਜੋ ਬਸੇ ਭਿਖੋਗੇ ਹਾਲਾ, ਜਿਹੜੇ ਤੁਸੀਂ ਇੱਥੇ ਹੁਣ ਬਸ ਗਏ ਹੋ, ਤੁਸੀਂ ਦੇਖੋਗੇ ਤੁਹਾਡਾ ਜੋ ਹਾਲ। ਉੱਜਰ ਜਾਹੋਗੇ ਥੋੜੇ ਕੱਲ, ਥੋੜਿਆਂ ਸਮਿਆਂ ਵਿੱਚ ਹੀ ਤੁਸੀਂ ਉੱਜੜ ਜਾਣਾ ਹੈ ਇੱਥੋਂ। ਸੁਣ ਸਿੱਖਨ ਤੇ ਸਤਿਗੁਰ ਕਹਿਓ, ਇਹ ਸੁਣ ਕੇ ਸਿੱਖਾਂ ਤੋਂ ਸਤਿਗੁਰਾਂ ਬਚਨ ਕੀਤੇ। ਜਿਮ ਚਾਹੋ ਦਿਸ ਜਲ ਆਵਤ ਲਹਿਓ, ਭਾਈ ਜਿਵੇਂ ਚਾਰੇ ਪਾਸਿਆਂ ਤੋਂ ਇੱਥੇ ਜਲ ਆਉਂਦਾ ਹੈ, ਤਿਮ ਚਾਹੋ ਦਿਸ ਤੇ ਨਰ ਉਮੰਡਾਵੇ, ਇਸੇ ਤਰ੍ਹਾਂ ਚਾਰੇ ਪਾਸਿਆਂ ਤੋਂ ਲੋਕ ਉਮੜ ਕੇ ਇਸ ਜਗ੍ਹਾ ਤੇ ਆਇਆ ਕਰਨਗੇ। ਬਸ ਬੇ ਹੇਤ ਨਗਰ ਇਸ ਆਵੇ, ਇਸ ਨਗਰ ਦੇ ਵਿੱਚ ਰਹਿਣ ਵਾਸਤੇ ਬਸਣ ਵਾਸਤੇ ਲੋਕ ਆਉਣਗੇ। ਵੱਡੇ ਯਤਨ ਤੇ ਸਦਨ ਸਥਾਨ, ਤੇ ਇਹ ਜਗ੍ਹਾ ਬਹੁਤ ਵੱਡੇ ਯਤਨਾਂ ਦੇ ਨਾਲ ਘਰ ਵਾਸਤੇ ਜੋ ਸਥਾਨ ਜਗ੍ਹਾ ਲੈ ਕਰ ਬਸ ਹੈ ਗਨ ਧਨਵਾਨ, ਬਹੁਤ ਧਨਵਾਨ ਲੋਕ ਉਹ ਜਗ੍ਹਾ ਲੈ ਕੇ ਘਰ ਪਾ ਕੇ ਇੱਥੇ ਬਸਣਗੇ। ਬ੍ਰਿੰਦ ਨਰਨ ਕੋ ਰਿਜਕ ਮਹਾਨ, ਬਹੁਤ ਲੋਕਾਂ ਦਾ ਇੱਥੇ ਬਹੁਤ ਵੱਡਾ ਜਿਹੜਾ ਰਿਜਕ ਹੈ। ਇਸ ਥਲ ਧਰਿਓ ਗੁਰ ਭਗਵਾਨ, ਮਹਾਰਾਜ ਕਹਿੰਦੇ ਭਾਈ ਇਸ ਜਗ੍ਹਾ ਤੇ ਗੁਰੂ ਭਗਵਾਨ ਪਰਮੇਸ਼ਰ ਨੇ ਧਰਿਆ ਹੋਇਆ ਹੈ। ਖੈਬੇ ਹੇਤ ਆਏ ਸਭ ਕੋਈ, ਤੋ ਆਪਦਾ ਰਿਜ਼ਕ ਛਕਣ ਦੇ ਵਾਸਤੇ ਇੱਥੇ ਸਭ ਕੋਈ ਆਵੇਗਾ। ਆਨ ਥਾਨ ਤੇ ਪਾਏ ਨਾ ਜੋਈ, ਜਿਹੜਾ ਕਿ ਉਹ ਮਿਲੇਗਾ ਜਿਹੜਾ ਹੋਰ ਕਿਸੇ ਸਥਾਨ ਤੋਂ ਨਹੀਂ ਪ੍ਰਾਪਤ ਹੋਵੇਗਾ। ਗੁਰਪੁਰ ਦਿਨ ਪ੍ਰਤ ਵਧੈ ਵਿਸਾਲਾ, ਇਹ ਗੁਰੂ ਦੀ ਪੁਰੀ ਹੈ, ਦਿਨ ਪ੍ਰਤੀ ਦਿਨ ਬਹੁਤ ਵਧੇਗੀ। ਕਰਹਿ ਵਾਸ ਨਰ ਸਦਾ ਸੁਖਾਲਾ, ਲੋਕ ਇੱਥੇ ਵਾਸਾ ਕਰਕੇ ਹਮੇਸ਼ਾ ਸੁਖੀ ਰਹਿਣਗੇ। ਜੀਵਤ ਸਿਮਰਹਿਗੇ ਗੋਬਿੰਦ, ਜਿਉਂਦੇ ਜੀ ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰਨਗੇ। ਹਰ ਮੰਦਰ ਮਹਿ ਮਿਲ ਕਰ ਬ੍ਰਿੰਦ, ਤੇ ਹਰ ਮੰਦਰ ਸਾਹਿਬ ਦੇ ਵਿੱਚ ਸਾਰੇ ਇਕੱਠੇ ਹੋ ਕਰਕੇ ਕਰਹਿ ਜੀਵ ਕਾ ਬਸ ਗੁਰਪੁਰ ਮਾਹੇ, ਇਹ ਗੁਰਪੁਰੀ ਵਿੱਚ ਬਸ ਕੇ ਸਾਰੇ ਆਪਣੀ ਉਪਜੀਵਕਾ ਚਲਾਉਣਗੇ। ਸਤਿਗੁਰ ਸ਼ਬਦ ਧਾਰ ਕਰ ਉਰ ਮਾਹੇ, ਇਸ ਤਰ੍ਹਾਂ ਸਤਿਗੁਰੂ ਦੇ ਸ਼ਬਦ ਨੂੰ ਭਾਈ ਹਿਰਦੇ ਵਿੱਚ ਧਾਰਨ ਕਰਕੇ ਅੰਤ ਸਮੇਂ ਗਤ ਪਾਏ ਸੁਖਾਰੀ, ਅੰਤ ਦੇ ਸਮੇਂ ਫਿਰ ਸੌਖੀ ਮੁਕਤੀ ਦੀ ਪ੍ਰਾਪਤੀ ਕਰ ਲੈਣਗੇ।
ਦੋਹੇ ਲੋਕਨ ਕੇ ਕਾਰਜ ਸਾਰੇ। ਇੱਥੇ ਦੋਵਾਂ ਲੋਕਾਂ ਦੇ ਕਾਰਜ ਜਿਹੜੇ ਸਵਰਨਗੇ। ਨਿੰਦਕ ਦੁਸ਼ਟ ਬਲੋਕ ਨ ਸਕਈ। ਨਿੰਦਕ ਤੇ ਦੁਸ਼ਟ ਲੋਕ ਝਾਕ ਵੀ ਨਹੀਂ ਸਕਦੇ। ਦੁਖੀ ਹੋਏਂਗੇ ਤੁਮ ਦਿਸ ਤੱਕਈ। ਕੋਈ ਨਿੰਦਾ ਤੇ ਦੁਸ਼ਟਤਾਈ ਨਾਲ ਵੇਖੂ, ਜਿਹੜਾ ਤੁਹਾਡੇ ਵੱਲ ਵੇਖੇਗਾ ਉਹ ਦੁਖੀ ਹੋਵੇਗਾ। ਨਹੀਂ ਬਸੈ ਪਛਤਾਵੈ ਪਾਛੇ। ਮਹਾਰਾਜ ਕਹਿੰਦੇ ਜਿਹੜੇ ਨਹੀਂ ਬਸਣਗੇ ਉਹ ਪਿੱਛੋਂ ਪਛਤਾਉਣਗੇ। ਸੁਖ ਆਛੋ ਪਿਖ ਸਭ ਸੋ ਬਾਛੇ। ਇਹ ਜਿਹੜੇ ਚੰਗੇ ਜਦੋਂ ਇੱਥੇ ਸੁਖ ਪ੍ਰਾਪਤ ਹੋਣਗੇ ਸਾਰੇ ਉਹਦੀ ਚਾਹਨਾ ਕਰਨਗੇ ਵੇਖ ਵੇਖ ਕੇ। ਸੁਨ ਸੁਨ ਸੇਵਕ ਭਏ ਪ੍ਰਸੰਨ। ਇਹ ਸੁਣ ਸੁਣ ਕੇ ਸੇਵਕ ਬਹੁਤ ਖੁਸ਼ ਹੋਏ। ਕਹਿਤ ਬਾਕ ਸ੍ਰੀ ਗੁਰ ਧਨ ਧਨ। ਇਉਂ ਕਹਿੰਦੇ ਹਨ ਭਾਈ ਸਤਿਗੁਰੂ ਜੀ ਧਨ ਨੇ, ਗੁਰੂ ਪਾਤਸ਼ਾਹ ਜੀ ਧਨ ਹਨ। ਦਿਨ ਪ੍ਰਤ ਬਸੈ ਆਨ ਕਰ ਨਏ। ਇੱਥੇ ਹੁਣ ਦਿਨ ਪ੍ਰਤੀ ਦਿਨ ਨਵੇਂ ਨਵੇਂ ਲੋਕ ਜਿਹੜੇ ਐ ਉਹ ਆ ਕਰਕੇ ਬਸਦੇ ਨੇ। ਕੋਈ ਕਿਤੋਂ ਆ ਕੇ ਰਹਿ ਰਿਹਾ, ਕੋਈ ਕਿਤੋਂ ਆ ਰਿਹਾ। ਨਰ ਕੁਟੰਬ ਜੁਤ ਘਰ ਗਨ ਭਏ। ਜਿਹੜੇ ਲੋਕ ਨੇ ਪਰਿਵਾਰਾਂ ਸਮੇਤ ਆ ਗਏ, ਬਹੁਤ ਘਰ ਬਣ ਗਏ। ਬਹੁਤ ਦੁਕਾਨ ਭੇ ਹਿਤ ਵਿਵਹਾਰ। ਵਿਹਾਰ ਵਾਸਤੇ ਬਹੁਤ ਦੁਕਾਨਾਂ ਬਣ ਗਈਆਂ। ਸਤਿਗੁਰ ਸਭ ਕੀ ਕਰਹਿ ਸੰਭਾਰ। ਗੁਰੂ ਸਾਹਿਬ ਜੀ ਸਾਰਿਆਂ ਦੀ ਸੰਭਾਲ ਕਰਦੇ ਹਨ। ਕੇਤਕ ਮਾਸ ਬਤੀਤੇ ਜਬੈ। ਇਸ ਤਰ੍ਹਾਂ ਜਦੋਂ ਕੁਝ ਮਹੀਨੇ ਬੀਤ ਗਏ ਹਨ, ਬੈਠੇ ਸੌਦਾ ਲੈ ਕਰ ਸਭੈ। ਤਾਂ ਹੁਣ ਸਾਰੇ ਦੁਕਾਨਾਂ ਤੇ ਸੌਦਾ ਲੈ ਕੇ ਬੈਠ ਗਏ। ਆਏ ਨਾ ਕੋਈ ਖਰੀਦਣ ਹਾਰਾ। ਤੇ ਐਸੀ ਖੇਡ ਕੋਈ ਖਰੀਦਣ ਵਾਲਾ ਨਹੀਂ ਆਉਂਦਾ। ਹੋਤ ਅਲਪ ਹੀ ਕਛ ਵਿਵਹਾਰਾ। ਬਹੁਤ ਥੋੜਾ ਜਿਹਾ ਜਿਹੜਾ ਵਪਾਰ ਹੁੰਦਾ ਹੈ। ਬ੍ਰਿੰਦ ਬਨਕ ਇੱਕ ਦਿਨ ਮਿਲ ਆਏ। ਤਾਂ ਫਿਰ ਬਹੁਤ ਬਾਣੀਏ ਜਿਹੜੇ ਸਨ ਉਹ ਇੱਕ ਦਿਨ ਇਕੱਠੇ ਹੋ ਕੇ ਆ ਗਏ। ਸ੍ਰੀ ਗੁਰ ਅਰਜਨ ਜਹਾ ਸੁਹਾਏ। ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਭਦੇ ਨੇ। ਹਾਥ ਜੋੜ ਸਭ ਬਿਨੈ ਬਖਾਨੀ। ਉਹਨਾਂ ਹੱਥ ਜੋੜ ਕੇ ਸਭ ਨੇ ਬੇਨਤੀ ਕੀਤੀ। ਸੁਨੋ ਬਿਰਤੰਤ ਆਪ ਸਭ ਦਾਨੀ। ਮਹਾਰਾਜ ਬੇਨਤੀ ਸੁਣੋ, ਤੁਸੀਂ ਸਭ ਦੀਆਂ ਸਾਰੀਆਂ ਦਾਤਾਂ ਦੇਣ ਵਾਲੇ ਹੋ। ਬਨਕ ਅਨੇਕ ਬਸੇ ਪੁਰ ਆਈ। ਮਹਾਰਾਜ ਇਸ ਨਗਰ ਵਿੱਚ ਬਹੁਤ ਬਾਣੀਏ ਵੀ ਆ ਕੇ ਬਸ ਗਏ ਹਨ। ਬੈਠੇ ਕਰ ਦੁਕਾਨ ਸਮਦਾਈ। ਤੇ ਸਾਰੇ ਦੁਕਾਨਾਂ ਬਣਾ ਬਣਾ ਕੇ ਬਹਿ ਗਏ ਨੇ। ਸਰਬ ਭਾਂਤ ਕੋ ਸੌਦਾ ਲੈ ਕੇ। ਸਾਰੇ ਤਰ੍ਹਾਂ ਦਾ ਮਹਾਰਾਜ ਦੁਕਾਨਾਂ ਵਿੱਚ ਸੌਦਾ ਪਾਇਆ ਹੈ। ਹੀਤ ਜੀਵ ਕਾ ਇੱਛਾ ਕਹਿ ਕੇ। ਕਿਸ ਵਾਸਤੇ? ਸਭ ਦੀ ਇੱਛਾ ਇਹ ਕਰ ਕਰਕੇ ਕਿ ਸਾਡੀ ਇਥੋਂ ਉਪਜੀਵਕਾ ਚੱਲੇਗੀ। ਸਕਲ ਕੁਟੰਬ ਦਾਰ ਹਮ ਹੈ। ਮਹਾਰਾਜ ਅਸੀਂ ਤਾਂ ਸਾਰੇ ਪਰਿਵਾਰਾਂ ਵਾਲੇ ਹਾਂ। ਸਭ ਬਿਦ ਕੀਰ ਗੁਜ਼ਾਰੋ ਚਹੈ। ਤੇ ਸਾਰੇ ਸਭ ਤਰ੍ਹਾਂ ਕਰਕੇ ਅਸੀਂ ਤਾਂ ਗੁਜ਼ਾਰਾ ਚਾਹੁੰਦੇ ਹਾਂ। ਬਨ ਜਨ ਹਾਰੋ ਕੋ ਨਹਿ ਆਵੇ। ਪਰ ਮਹਾਰਾਜ ਕੋਈ ਸੌਦਾ ਖਰੀਦਣ ਵਾਲਾ ਨਹੀਂ ਆਉਂਦਾ ਹੈ। ਕਿਸ ਬਿਦ ਸਦਨ ਖਰਚ ਨਿਭ ਨਿਰਭਾਵੈ। ਤਾਂ ਦੱਸੋ ਮਹਾਰਾਜ ਘਰ ਦਾ ਖਰਚਾ ਕਿਵੇਂ ਚੱਲੇਗਾ। ਤੁਮ ਅੰਤਰਜਾਮੀ ਸਭ ਜਾਨੋ। ਤੁਸੀਂ ਮਹਾਰਾਜ ਅੰਤਰਜਾਮੀ ਸਭ ਕੁਝ ਜਾਣਦੇ ਹੋ। ਕਰੋ ਬਸਾਵਨ ਪਾਲਨ ਠਾਨੋ। ਹੁਣ ਮਹਾਰਾਜ ਇੱਥੇ ਸਾਨੂੰ ਬਸਾਉਣਾ ਕਰੋ, ਸਾਡੀ ਪਾਲਣਾ ਕਰੋ। ਸ੍ਰੀ ਅਰਜਨ ਸੁਨ ਕਰ ਸਭ ਬੇਨਤੀ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਰਿਆਂ ਦੀ ਬੇਨਤੀ ਸੁਣੀ। ਬਿਕਸਤ ਭਨਿਓ ਤਜੋ ਅਸ ਗਿਣਤੀ। ਮਹਾਰਾਜ ਖੁਸ਼ ਹੋ ਕੇ ਕਹਿੰਦੇ ਵੀ ਇਹੋ ਜਿਹੀਆਂ ਐਵੇਂ ਵਿਚਾਰਾਂ ਜੀਆਂ ਗਿਣਤੀਆਂ ਮਿਣਤੀਆਂ ਜਾਂ ਤੁਸੀਂ ਭਾਈ ਛੱਡ ਦਿਓ। ਕਰੋ ਆਜ ਤੇ ਐਸੀ ਕਾਰ।
ਮਹਾਰਾਜ ਕਹਿੰਦੇ ਤੁਹਾਡੇ ਕੰਮ ਚੱਲਣਗੇ। ਅੱਜ ਤੋਂ ਤੁਸੀਂ ਇਹ ਕੰਮ ਕਰਿਆ ਕਰੋ, ਜਿਸ ਤੇ ਵੱਧ ਹੈ ਅਧਿਕ ਵਿਵਹਾਰ, ਜਿਹਦੇ ਨਾਲ ਤੁਹਾਡਾ ਜਿਹੜਾ ਕਾਰਜ ਹੈ, ਕੰਮ ਵਪਾਰ, ਉਹ ਬਹੁਤ ਵਧੇਗਾ। ਉਠੋ ਭੋਰ ਕਰ ਸੋਚ ਇਸ਼ਨਾਨ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਕਰੋ, ਸੋਚ ਕਰਿਆ ਇਸ਼ਨਾਨ ਕਰਕੇ। ਗੁਰਬਾਣੀ ਸੋ ਕੀਜੈ ਧਿਆਨ, ਤੇ ਗੁਰਬਾਣੀ ਦਾ ਧਿਆਨ ਕਰਨਾ, ਗੁਰਬਾਣੀ ਪੜ੍ਹਨੀ ਹੈ। ਪੁਨ ਸ੍ਰੀ ਹਰਿਮੰਦਰ ਮਹਿ ਆਵੋ, ਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਕਰੋ। ਜਥਾ ਸ਼ਕਤ ਤਹਿ ਭੇਟ ਚੜਾਵੋ, ਜਥਾ ਸ਼ਕਤੀ ਹੈ, ਜਿੰਨੀ ਹਿੰਮਤ ਉਨੀ ਮਹਾਰਾਜ ਕਹਿੰਦੇ ਇੱਥੇ ਦਸਵੰਧ ਭੇਟਾ ਚੜਾਓ। ਹਾਥ ਜੋੜ ਕਰ ਸੀਸ ਨਿਵਾਵੋ, ਤੇ ਹੱਥ ਜੋੜ ਕੇ ਮਹਾਰਾਜ ਕਹਿੰਦੇ ਸਿਰ ਨਿਵਾਓ ਇਸ ਦਰਬਾਰ ਵਿੱਚ। ਪ੍ਰਭ ਸਮਾਨ ਸ਼ਰਧਾ ਉਪਜਾਵੋ, ਪਰਮੇਸ਼ਰ ਸਮਾਨ ਇੱਥੇ ਆਪਦੀ ਸ਼ਰਧਾ ਪੈਦਾ ਕਰੋ। ਬਹੁਰੋ ਜਾਏ ਬਨੰਜ ਕੋ ਕੀਜੈ, ਫੇਰ ਜਾ ਕੇ ਆਪਣਾ ਕੰਮ ਵਪਾਰ ਜਿਹੜਾ ਦੁਕਾਨ ਦਾ ਉਹ ਸ਼ੁਰੂ ਕਰਿਆ ਕਰੋ। ਦਿਨ ਸਗਰੇ ਮਹਿ ਲਾਹਾ ਲੀਜੈ, ਤੇ ਸਾਰਾ ਦਿਨ ਲਾਹਾ ਪ੍ਰਾਪਤ ਕਰੋ। ਪੁਨ ਸੰਧਿਆ ਜਬ ਹੋਵੇ ਆਏ, ਤੇ ਜਦੋਂ ਫਿਰ ਸ਼ਾਮ ਦਾ ਸਮਾਂ ਹੋ ਜਾਵੇ, ਤਬ ਉਠ ਤਜੋ ਬਨਜ ਸਮਦਾਏ, ਤੇ ਫਿਰ ਆਪਣਾ ਸਾਰਾ ਵਣਜ ਵਿਹਾਰ ਛੱਡ ਕਰਕੇ ਸ੍ਰੀ ਹਰਿਮੰਦਰ ਦਰਸ਼ਨ ਕਰੋ। ਫਿਰ ਆ ਕੇ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਿਆ ਕਰੋ। ਬੇਨਤੀ ਕਰੋ ਕਾਮਨਾ ਧਰੋ, ਬੇਨਤੀ ਕਰੋ ਜਿਹੜੀ ਆਪਦੀ ਕਾਮਨਾ ਹੈ, ਉਹ ਮਹਾਰਾਜ ਕਹਿੰਦੇ ਇੱਛਾ ਆਪਣੀ ਉਹ ਦੱਸੋ। ਸਭ ਪੂਰਨ ਹੋਏ ਤੁਮਰੀ ਆਏ, ਸਾਰੀਆਂ ਕਾਮਨਾਵਾਂ ਤੁਹਾਡੀਆਂ ਇੱਥੇ ਆ ਕੇ ਪੂਰੀਆਂ ਹੋਣਗੀਆਂ। ਕਰੇ ਬਨੰਜ ਵੱਡ ਲਾਹਾ ਪਾਏ, ਇਸ ਤਰ੍ਹਾਂ ਬਣਜ ਕਰੋਗੇ ਤਾਂ ਮਹਾਰਾਜ ਕਹਿੰਦੇ ਤੁਹਾਨੂੰ ਵੱਡੇ ਲਾਭ ਪ੍ਰਾਪਤ ਹੋਣਗੇ। ਨਹੀਂ ਤੋਟ ਹੋਏ ਕਿਸੂ ਪਦਾਰਥ, ਕਿਸੇ ਵੀ ਪਦਾਰਥ ਦਾ ਤੁਹਾਨੂੰ ਘਾਟਾ ਨਹੀਂ ਰਹੇਗਾ। ਨਿਤ ਪ੍ਰਤ ਪੁਰਵਹੁ ਆਪਣੇ ਸਵਾਰਥ, ਜਿੰਨੇ ਵੀ ਤੁਹਾਡੇ ਸਵਾਰਥ ਹਨ ਨਿਤਾ ਪ੍ਰਤੀ ਉਹਨਾਂ ਨੂੰ ਪੂਰੇ ਕਰ ਲਵੋਗੇ। ਧਨ ਕੀ ਗਿਣਤੀ ਹੈ ਕਹੁ ਕੌਣ, ਮਹਾਰਾਜ ਕਹਿੰਦੇ ਕਿੰਨਾ ਧਨ ਆਊ, ਉਹਦੀ ਕੀ ਗਿਣਤੀ ਹੋ ਸਕਦੀ ਹੈ, ਭਾਵੇਂ ਨਾ ਆਵੇਗਾ। ਲਖਮੀ ਬਸੈ ਆਏ ਕਰ ਭਉਨ, ਜੇ ਹਰਿਮੰਦਰ ਸਾਹਿਬ ਆ ਕੇ ਝੁਕੋਗੇ ਤੁਹਾਡੇ ਘਰ ਵਿੱਚ ਲక్ష్ਮੀ ਆਪ ਆ ਕੇ ਰਹਿਣਾ ਸ਼ੁਰੂ ਕਰ ਦੇਵੇਗੀ। ਨੌ ਨਿਧ ਸਿੱਧ ਰਿੱਧ ਜੇ ਠਾਨਾ, ਜਿੰਨੀਆਂ ਵੀ 9 ਨਿਧੀਆਂ 18 ਸਿੱਧੀਆਂ ਰਿੱਧੀਆਂ ਹਨ, ਆਏ ਬਸੈ ਗੁਰ ਧੁਰ ਸੁਖ ਮਾਨਾ, ਉਹ ਆ ਕੇ ਮਹਾਰਾਜ ਕਹਿੰਦੇ ਤੁਹਾਡੇ ਘਰਾਂ 'ਚ ਬਸ ਜਾਣਗੀਆਂ। ਗੁਰੂ ਸਾਹਿਬ ਦੇ ਦਰ ਤੇ ਆ ਕੇ ਜਦੋਂ ਝੁਕੋਗੇ ਸੁਖ ਮੰਨੋਗੇ। ਕੌਣ ਕਮੀ ਪ੍ਰਭ ਕੇ ਦਰਬਾਰਾ, ਭਾਈ ਦੱਸੋ ਇਹ ਪਰਮੇਸ਼ਰ ਦਾ ਦਰ ਹੈ, ਇੱਥੇ ਕਿਹੜੀ ਕੋਈ ਕਮੀ ਹੈ। ਜਹ ਪਰਲੋਕ ਪਤ ਬਸਹਿ ਉਦਾਰਾ, ਜਿੱਥੇ ਮਹਾਨ ਪ੍ਰਲੋਕ ਦਾ ਪਤੀ ਬ੍ਰਹਮ ਪਰਮੇਸ਼ਰ ਆਪ ਵਸਦਾ ਹੈ। ਸੁਣ ਕਰ ਸਭ ਸਿੱਖਨ ਮਨ ਮਾਨੀ, ਸੁਣ ਕਰਕੇ ਫਿਰ ਜਿੰਨੇ ਬਾਣੀਏ ਹੋਰ ਸਭ ਸਿੱਖਾਂ ਇਹ ਬਚਨ ਮੰਨੇ। ਕਰਨ ਲੱਗੇ ਜਿਮ ਗੁਰੂ ਬਖਾਨੀ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸਾਰੇ ਉਸੇ ਤਰ੍ਹਾਂ ਕਰਨ ਲੱਗੇ। ਦੋਏ ਸਮੇਂ ਦਰਸ਼ਨ ਹਰਿਮੰਦਰ, ਦੋਨੇ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ। ਰਿਕਤ ਪਾਨ ਕੋ ਜਾਏ ਨ ਅੰਦਰ, ਕੋਈ ਵੀ ਭਾਈ ਰਿਕਤ ਪਾਨ ਸ਼ਰਾਬ ਇਤਿਆਦਿਕ ਪਾਨ ਕਰਕੇ ਅੰਦਰ ਨਹੀਂ ਜਾਂਦਾ ਹੈ। ਸਰਬ ਪਦਾਰਥ ਸਭ ਕੇ ਹੋਏ, ਹੁਣ ਸ਼ਰਾਬਾਂ ਕੁਆਬਾਂ ਛੱਡ ਦਿੱਤੀਆਂ, ਸਾਰੇ ਪਦਾਰਥ ਉਹਨਾਂ ਦੇ ਘਰ ਹੋ ਗਏ। ਸਰਬ ਰੀਤ ਤੇ ਸਭ ਸੁਖ ਜੋਏ, ਸਭ ਤਰ੍ਹਾਂ ਕਰਕੇ ਉਹਨਾਂ ਸਾਰੇ ਸੁੱਖ ਵੇਖੇ ਹਨ। ਆਬ ਲਗ ਅਹੈ ਤਿਸੀ ਬਿਦ ਚਾਲ, ਇਹ ਜਿਹੜੀ ਚਾਲ ਮਰਜ਼ਾਦਾ ਹੈ ਨਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੁਣ ਤੱਕ ਉਸੇ ਤਰ੍ਹਾਂ ਹੈ।
ਸਭ ਗੁਰ ਥਲ ਕਰ ਹੈ ਸਿੱਖ ਜਾਲ। ਸਾਰੇ ਦੁਕਾਨਦਾਰ ਹੋਰ ਜਿੰਨੇ ਸਿੱਖ ਗੁਰੂ ਮਹਾਰਾਜ ਦੇ ਦਰ ਤੇ ਨਮਸਕਾਰ ਕਰਦੇ ਆ। ਇਹ ਗੱਲ ਪ੍ਰਤੱਖ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਿਹੜਾ ਨਮਸਕਾਰ ਨਹੀਂ ਨਾ ਕਰਦਾ ਦੁਕਾਨਦਾਰ, ਅੰਮ੍ਰਿਤਸਰ ਜਾ ਕੇ ਪੁੱਛ ਲਓ, ਇਹਦੀ ਦੁਕਾਨ ਨਹੀਂ ਚੱਲਦੀ। ਇਹ ਇੱਕ ਵਿਧੀ ਬਣ ਗਈ ਕਿ ਸ੍ਰੀ ਹਰਿਮੰਦਰ ਸਾਹਿਬ ਚਾਹੇ ਬਾਹਰੋਂ ਹੀ ਮੱਥਾ ਟੇਕ ਕੇ ਜਾਣ ਉਹ, ਪਰ ਇੱਕ ਵਾਰੀ ਸਾਰੇ ਮੱਥਾ ਟੇਕ ਕੇ ਫੇਰ ਦੁਕਾਨ ਖੋਲਦੇ ਆ। ਇਹ ਗੱਲ ਉੱਥੇ ਪ੍ਰਤੱਖ ਹੈ ਅੱਜ ਤੱਕ। ਤੇ ਜਿਹੜੇ ਹਰਿਮੰਦਰ ਸਾਹਿਬ ਤੋਂ ਨਹੀਂ ਨਮਸਕਾਰ ਕਰਦੇ ਉਹਨਾਂ ਦੇ ਕੰਮ ਨਹੀਂ ਚੱਲੇ। ਇਹ ਗੱਲ ਪ੍ਰਤੱਖ ਹੁਣ ਤੱਕ ਗੁਰੂ ਦੇ ਬਚਨ ਐਸੇ ਕਿ ਸਾਰੇ ਭਾਈ ਗੁਰਸਿੱਖ ਜਿਹੜੇ ਆ ਦੁਕਾਨਦਾਰ ਉਸੇ ਤਰ੍ਹਾਂ ਕਰਦੇ ਹਨ। ਸ੍ਰੀ ਅਰਜਨ ਗੁਰ ਦੀਨ ਦਿਆਰਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਨ ਦਿਆਲੂ ਸਤਿਗੁਰੂ, ਜਿਨ ਦਰ ਸੇ ਦੁੱਖ ਦਰ ਹੈ ਜਾਰਾ। ਜਿਸ ਦੇ ਦਰਸ਼ਨ ਕੀਤੇ ਸਤਿਗੁਰੂ ਦੇ ਭਾਈ ਸਾਰੇ ਦੁੱਖਾਂ ਦਾ ਦਰ ਜਲ ਜਾਂਦਾ ਹੈ। ਆਏ ਸੰਗਤਾਂ ਨਿਤ ਪ੍ਰਤਿਬਿੰਦ। ਬੇਅੰਤ ਸੰਗਤਾਂ ਹਰ ਰੋਜ਼ ਆਉਂਦੀਆਂ ਹਨ। ਮੱਝਹਿ ਸਰ ਮਹਿ ਲਹਿਤ ਆਨੰਦ। ਸਰੋਵਰ ਵਿੱਚ ਇਸ਼ਨਾਨ ਕਰਦੇ ਆਨੰਦ ਲੈਂਦੇ ਹਨ। ਜਨਮ ਜਨਮ ਕੇ ਸੰਚਿਤ ਪਾਪੂ। ਜਿਹੜੇ ਜਨਮਾਂ ਜਨਮਾਂ ਦੇ ਪਾਪ ਇਕੱਠੇ ਹੋਏ ਹਨ। ਤੀਰਥ ਰਾਜ ਨਾਨ ਤੇ ਖਾਪੂ। ਇਹ ਤੀਰਥਾਂ ਦਾ ਰਾਜਾ ਤੀਰਥ ਹੈ ਸ੍ਰੀ ਹਰਿਮੰਦਰ ਸਾਹਿਬ। ਇੱਥੇ ਭਾਈ ਅੰਮ੍ਰਿਤਸਰ ਇਸ਼ਨਾਨ ਕਰਕੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਕਰਹਿ ਪ੍ਰਕਰਮਾ ਫਿਰ ਚੌਹ ਫੇਰੇ। ਫਿਰ ਚਾਰੇ ਪਾਸੇ ਪ੍ਰਕਰਮਾ ਕਰੇ। ਸ਼ਬਦ ਪਠੈ ਫਲ ਪਾਏ ਕਨੇਰੇ। ਗੱਲਾਂ ਮਾਰਦਿਆਂ ਨਹੀਂ ਕਰਨੀ ਪ੍ਰਕਰਮਾ, ਸ਼ਬਦ ਪੜ੍ਹਦਿਆਂ ਨੇ ਕਰਨੀ ਹੈ ਤਾਂ ਬਹੁਤੇ ਫਲ ਪ੍ਰਾਪਤ ਹੁੰਦੇ ਨੇ। ਹਰਿਮੰਦਰ ਗੁਰ ਦਰਸ਼ਨ ਪਾਵੇ। ਫਿਰ ਸੰਗਤਾਂ ਹਰਿਮੰਦਰ ਸਾਹਿਬ ਜਾ ਕੇ ਸਤਿਗੁਰੂ ਦੇ ਦਰਸ਼ਨ ਕਰਦੀਆਂ। ਜਨਮ ਲਾਭ ਲੈ ਆਤਮ ਮੁਦ ਥਾਵੈ। ਤੇ ਜਨਮ ਦਾ ਲਾਭ ਪ੍ਰਾਪਤ ਹੁੰਦਾ, ਮਨੁੱਖਾ ਜਨਮ ਦਾ ਜੋ ਅਸਲ ਲਾਭ ਹੈ। ਤੇ ਆਤਮੁਦ ਬੇਅੰਤ ਖੁਸ਼ੀਆਂ ਹਿਰਦੇ ਵਿੱਚ ਪ੍ਰਤੱਖ ਜੀਵਨ ਵਿੱਚ ਆ ਜਾਂਦੀਆਂ ਹਨ। ਅਸ ਸ਼ੁਭ ਗੁਰ ਹਰਿਮੰਦਰ ਸਾਜ। ਇਸ ਤਰ੍ਹਾਂ ਭਾਈ ਇਹ ਸ਼ੁਭ ਸਥਾਨ ਸ੍ਰੀ ਹਰਿਮੰਦਰ ਸਾਹਿਬ ਸਤਿਗੁਰਾਂ ਨੇ ਸਾਜ ਕੇ ਸੁਖ ਦਾ ਦਾਸਨ ਦੇ ਸੁਖ ਸਾਜ। ਇਹ ਸੁਖਦਾਇਕ ਆਪਣਿਆਂ ਸੇਵਕਾਂ ਨੂੰ ਮਹਾਰਾਜ ਨੇ ਸਾਰੇ ਸੁੱਖਾਂ ਦਾ ਸਾਜੋ ਸਮਾਨ ਬਖਸ਼ ਦਿੱਤਾ, ਕਿਰਪਾ ਕਰ ਦਿੱਤੀ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ ਇਹ ਕਥਾ ਹੈ। ਸ੍ਰੀ ਸੁਧਾ ਸਰੋਵਰੋ ਸ੍ਰੀ ਹਰਿਮੰਦਰ ਮਹਿਮਾ ਪ੍ਰਸੰਗ ਵਰਣਨ। ਨਾਮ 10ਵਾਂ ਮੰਦਰ ਹੈ। ਇਹ ਭਾਈ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਮਹਿਮਾ ਪ੍ਰਸੰਗ ਵਰਣਨ ਕੀਤਾ 10ਵੇਂ ਘਰ ਦਾ ਇਹ ਪ੍ਰਸੰਗ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ, ਲਗਭਗ ਟਾਈਮ ਵੀ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਕੱਲ ਅਗਲਾ ਪ੍ਰਸੰਗ ਆਪਾਂ ਸਰਵਣ ਕਰਾਂਗੇ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।